ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ ਸਟੈਟਿਕ ਜੀਕੇ ਦੀ ਕਲਾਸ ਨੰਬਰ 4 ਲੈ ਕੇ ਆਏ ਹਾਂ, ਜਿਹਦੇ ਵਿੱਚ ਕਿ ਆਪਾਂ ਸੁਪਰਲੇਟਿਵ ਆਫ ਇੰਡੀਆ ਤੇ ਸੁਪਰਲੇਟਿਵ ਆਫ ਵਰਲਡ ਕਰਾਂਗੇ। ਤੇ ਇਹ ਜਿਹੜੀ ਕਲਾਸ ਹੋਏਗੀ ਇਹ ਆਪਣੇ ਪੰਜਾਬ ਦੇ ਜਿੰਨੇ ਵੀ ਐਗਜ਼ਾਮ ਨੇ, ਚਾਹੇ PSSB ਦੇ ਆ, ਪੰਜਾਬ ਪੁਲਿਸ, PPSC, PSPCL, ਚਾਹੇ ਸੈਂਟਰ ਦਾ ਕੋਈ ਵੀ ਐਗਜ਼ਾਮ ਹੈ, ਚਾਹੇ ਤੁਸੀਂ SSC ਦਾ ਐਗਜ਼ਾਮ ਦੇ ਰਹੇ ਹੋ, ਚਾਹੇ ਤੁਸੀਂ ਸੈਂਟਰ ਦਾ ਬੈਂਕਿੰਗ ਦਾ ਪੇਪਰ ਦੇ ਰਹੇ ਹੋ, ਚਾਹੇ ਤੁਸੀਂ ਰੇਲਵੇ ਦਾ ਪੇਪਰ ਦੇ ਰਹੇ ਹੋ, ਸਾਰਿਆਂ ਦੇ ਵਿੱਚ ਸਟੈਟਿਕ ਜੀਕੇ ਦੇ ਵਿੱਚੋਂ ਕੁਐਸਚਨ ਪੁੱਛੇ ਜਾਂਦੇ ਨੇ। ਤੇ ਇੱਕ ਜਿਹੜਾ ਇਹ ਟੌਪਿਕ ਆ ਇਹਦੇ ਵਿੱਚੋਂ ਵੀ ਇੱਕ ਦੋ ਕੁਐਸਚਨ ਜ਼ਰੂਰ ਬਣਦੇ ਹੀ ਬਣਦੇ ਆ। ਇਸ ਤੋਂ ਕਈ ਵਾਰ ਕਈ ਪਹਿਲਾਂ ਇਹਦਾ ਵਿੱਚ ਜ਼ਿਆਦਾਤਰ ਕੁਐਸਚਨ ਬਣਦੇ ਹੁੰਦੇ ਸੀ ਇਹਦੇ ਵਿੱਚ, ਹੁਣ ਇਹਦੇ ਵਿੱਚ ਥੋੜ੍ਹੇ ਜਿਹੇ ਘੱਟ ਬਣਦੇ ਨੇ ਪਰ ਬਣਦੇ ਜ਼ਰੂਰ ਨੇ। ਠੀਕ ਆ, ਸੋ ਮੈਂ ਤੁਹਾਨੂੰ ਦੱਸਾਂਗਾ ਹੁਣ ਇਹਦੇ ਵਿੱਚ ਦੇਣ ਨੂੰ, ਮੈਂ ਤੁਹਾਨੂੰ ਇਹਦੀ ਸਿੱਧੀ PDF ਵੀ ਦੇ ਸਕਦਾ ਸੀ। ਠੀਕ ਆ, ਸੋ ਕਿਉਂਕਿ ਇਹਦੇ ਵਿੱਚ ਕੁਝ ਵੀ ਜ਼ਿਆਦਾ ਐਕਸਪਲੇਨ ਕਰਨ ਵਾਲਾ ਨਹੀਂਗਾ, ਪਰ ਇਹਦੇ ਵਿੱਚ ਮੇਨ ਇਹਨੂੰ ਕਰਾਉਣ ਦਾ ਫਾਇਦਾ ਇਹ ਆ, ਮੇਰਾ ਇਹਦਾ ਮੋਟਿਵ ਇਹ ਹੋਏਗਾ ਕਿ ਅਗਰ ਇਹਨੂੰ ਆਪਾਂ ਜ਼ਿਆਦਾ ਐਕਸਪਲੇਨ ਕਰਨਾ ਨਹੀਂ, ਛੋਟੀ ਜੀ ਆਪਣੀ ਕਲਾਸ ਹੋਏਗੀ, ਤੁਸੀਂ ਦੇਖਣੀ ਆ ਕਿ ਇਹਦੇ ਵਿੱਚ ਇੰਪੋਰਟੈਂਟ ਕਿਹੜੇ ਬਣਦੇ ਨੇ। ਅਦਰਵਾਈਜ਼ ਜੇ ਆਪਾਂ ਕਰਾਂਗੇ ਤਾਂ ਇਹ 100-150 ਹੋ ਜਾਣਾ ਵਾ। ਠੀਕ ਆ, 100-150 ਯਾਦ ਕਰਨਾ ਵੀ ਥੋੜਾ ਜਿਹਾ ਔਖਾ ਹੁੰਦਾ, ਪਰ ਇਹ 100-150 ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿਹੜੇ ਪੇਪਰ ਦੇ ਵਿੱਚ ਜ਼ਿਆਦਾ ਇੰਪੋਰਟੈਂਟ ਬਣਦੇ ਨੇ ਤੇ ਕਿਹੜੇ ਜ਼ਿਆਦਾਤਰ ਰਿਪੀਟ ਹੁੰਦੇ ਨੇ। ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰਨਾ। ਜਦੋਂ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਓਗੇ ਤਾਂ ਹੌਲੀ ਹੌਲੀ ਤੁਸੀਂ ਬਾਅਦ ਚੋਂ ਬਾਕੀਆਂ ਨੂੰ ਵੀ ਕਰ ਸਕਦੇ ਹੋ। ਸੋ ਇੱਕਦਮ ਤਾਂ ਤੁਹਾਨੂੰ ਸਾਰੇ ਵੀ ਯਾਦ ਨਹੀਂ ਹੋਣੇ, ਸਾਰੇ ਤੁਸੀਂ ਇੰਨੇ ਦੇਖ ਵੀ ਲਓਗੇ, ਬੁੱਕ ਤੇ ਵੀ ਦੇਖੋਗੇ ਤਾਂ ਤੁਸੀਂ ਡਰ ਜਾਓਗੇ ਇੱਕ ਵਾਰ, ਜੋ ਨਵਾਂ ਤਿਆਰੀ ਕਰਨ ਲੱਗਿਆ। ਠੀਕ ਆ, ਜੋ ਪਹਿਲਾਂ ਤੋਂ ਤਿਆਰੀ ਕਰ ਰਹੇ ਉਹਨਾਂ ਨੂੰ ਪਤਾ ਵੀ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਇੰਪੋਰਟੈਂਟ ਬਣਦੀ ਆ, ਉਹ ਉਹੀ ਯਾਦ ਕਰਦੇ ਨੇ। ਠੀਕ ਆ, ਸੋ ਸਾਰੇ ਆਪਾਂ ਨੂੰ ਯਾਦ ਕਰਨ ਦੀ ਜ਼ਰੂਰਤ ਨਹੀਂ, ਆਪਾਂ ਹੌਲੀ ਹੌਲੀ ਕਰਕੇ ਪਾਰਟਸ ਦੇ ਵਿੱਚ ਯਾਦ ਕਰਾਂਗੇ। ਠੀਕ ਆ, ਤੁਹਾਨੂੰ ਮੈਂ ਦੱਸ ਦਾਂਗਾ ਕਿ ਪਹਿਲੇ ਪਾਰਟਸ ਦੇ ਵਿੱਚ ਜਿਹੜੇ ਹੁਣ ਮੈਂ ਤੁਹਾਨੂੰ ਨਾਲ ਵੀਡੀਓ ਦੇ ਵਿੱਚ ਦੱਸਿਆ ਕਿ ਇਹ ਤੁਸੀਂ ਯਾਦ ਕਰਨੇ ਨੇ, ਇਹ ਸਾਰੇ ਤੁਸੀਂ ਉਦੋਂ ਹੀ ਤੁਰੰਤ ਤੁਹਾਡੇ ਯਾਦ ਹੋਣੇ ਚਾਹੀਦੇ ਆ 2 ਦਿਨ ਦੇ ਵਿੱਚ। ਫਿਰ ਆਪਾਂ ਇਹਦਾ MCQ ਕੁਇਜ਼ ਕਰਾਂਗੇ। ਠੀਕ ਆ, ਉਹੀ ਕੁਐਸਚਨਸ ਦਾ। ਹੁਣ ਆਪਾਂ ਕਰਦੇ ਹਾਂ ਜੀ ਸ਼ੁਰੂ। ਹੁਣ ਜੀ ਸਭ ਤੋਂ ਪਹਿਲਾਂ ਆਪਾਂ ਲਾਰਜੈਸਟ ਸੁਪਰਲੇਟਿਵ ਇਨ ਇੰਡੀਆ। ਠੀਕ ਆ, ਸੋ ਇਹਦੇ ਵਿੱਚ ਨਾ ਤੁਸੀਂ ਪੰਜਾਬੀ ਨੂੰ ਇਗਨੋਰ ਕਰਨਾ ਵਾ, ਤੁਸੀਂ ਇਹਦੇ ਵਿੱਚ ਲਾਰਜੈਸਟ, ਲੌਂਗੈਸਟ, ਹਾਈਐਸਟ, ਬਿਗੈਸਟ ਇਹ ਵਰਡ ਯਾਦ ਕਰਨੇ ਆ। ਠੀਕ ਆ, ਪੇਪਰ ਦੇ ਵਿੱਚ ਥੋੜਾ ਜਿਹਾ ਕਨਫਿਊਜ਼ ਕ੍ਰੀਏਟ ਹੋਊਗਾ ਜੇਕਰ ਤੁਸੀਂ ਪੰਜਾਬੀ ਦੀ ਇਹ ਚੀਜ਼ ਪੜ੍ਹੋਗੇ। ਠੀਕ ਆ, ਸੋ ਤੁਸੀਂ ਇਹਦੇ ਵਿੱਚ ਕੀ ਕਰਨਾ, ਪੰਜਾਬੀ ਲਈ ਤੁਸੀਂ ਬਾਕੀ ਪੜ੍ਹ ਸਕਦੇ ਹੋ। ਠੀਕ ਆ, ਜਿੱਦਾਂ ਕਿ ਵੂਲਰ ਝੀਲ ਹੋ ਗਈ ਜਾਂ ਹੋਰ ਬਾਕੀ ਜੋ ਵੀ ਚੀਜ਼ ਆ ਤੁਹਾਨੂੰ ਲੱਗੇ ਕਿ ਹਾਂ ਇੰਗਲਿਸ਼ ਦੇ ਵਿੱਚ ਤੁਹਾਨੂੰ ਥੋੜੀ ਜਿਹੀ ਔਖੀ ਲੱਗਦੀ ਆ, ਉਹ ਤੁਸੀਂ ਪੰਜਾਬੀ 'ਚ ਪੜ੍ਹ ਦੇਣਾ। ਬਟ ਜਿਹੜਾ ਆਹ ਵਰਡ ਆ ਨਾ, ਲਾਰਜੈਸਟ, ਲੌਂਗੈਸਟ, ਬਿਗੈਸਟ ਹੋ ਗਏ, ਹੈ ਨਾ, ਇਹ ਸਾਰੇ ਤੁਸੀਂ ਇੰਗਲਿਸ਼ ਦੇ ਵਿੱਚ ਹੀ ਕਰਨੇ ਆ। ਇਹਦੇ ਵਿੱਚ ਤੁਸੀਂ ਜ਼ਿਆਦਾ ਵਧੀਆ ਤਰੀਕੇ ਨਾਲ ਕਰੋਗੇ। ਠੀਕ ਆ, ਸੋ ਹੁਣ ਕਰਦੇ ਹਾਂ ਸ਼ੁਰੂ। ਲਾਰਜੈਸਟ ਲੇਕ, ਪਹਿਲੀ ਵੂਲਰ ਲੇਕ ਆ ਜੀ, ਆਪਣੀ ਜੰਮੂ ਐਂਡ ਕਸ਼ਮੀਰ 'ਚ ਸਥਿਤ ਆ। ਪੇਪਰ ਦੇ ਵਿੱਚ ਪਤਾ ਨਹੀਂ ਕਿੰਨੇ ਵਾਰ ਇਹ ਕੁਐਸਚਨ ਰਿਪੀਟ ਹੋ ਚੁੱਕਿਆ। ਮੋਸਟ ਇੰਪੋਰਟੈਂਟ ਕੁਐਸਚਨ ਆ, ਜਿਹਦੇ ਉੱਤੇ ਮੈਂ ਸਟਾਰ ਮਾਰਕ ਲਾਤਾ। ਠੀਕ ਆ, ਬਾਕੀ ਮੈਂ ਤੁਹਾਨੂੰ ਕਰਵਾਈ ਜਾਏਗਾ ਇੱਦਾਂ ਹੀ। ਜਿਹਦੇ ਉੱਤੇ ਸਟਾਰ ਮਾਰਕ ਲਾਤਾ ਉਹ ਤੁਹਾਡੇ ਯਾਦ ਹੋਣਾ ਚਾਹੀਦਾ ਵਾ, ਉਹ ਪੇਪਰ ਦੇ ਪੁਆਇੰਟ ਆਫ ਨਾ ਇੰਪੋਰਟੈਂਟ ਆ, ਤੇ ਪੁਰਾਣੇ ਪੇਪਰਾਂ ਦੇ ਵਿੱਚ ਬਾਰ-ਬਾਰ ਰਿਪੀਟ ਹੁੰਦਾ ਵਾ। ਠੀਕ ਆ, ਕਰਦੇ ਹਾਂ ਜੀ ਆਪਾਂ ਸ਼ੁਰੂ। ਹੁਣ ਅੱਗੇ ਆ ਗਈ ਜੀ ਲਾਰਜੈਸਟ ਸੈਲਿਨ ਵਾਟਰ ਲੇਕ। ਠੀਕ ਹੈ ਜੀ, ਮਤਲਬ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਕਿਹੜੀ ਆ? ਚਿਲਕਾ ਲੇਕ, ਉੜੀਸਾ। ਮੋਸਟ ਇੰਪੋਰਟੈਂਟ ਕੁਐਸਚਨ ਇੱਕ ਹੋਰ ਆ ਗਿਆ, ਇਹ ਵੀ ਤੁਹਾਨੂੰ ਯਾਦ ਕਰਨਾ ਪੈਣਾ, ਚਿਲਕਾ ਲੇਕ, ਉੜੀਸਾ। ਠੀਕ ਆ, ਨੈਕਸਟ ਆ ਗਿਆ ਲਾਰਜੈਸਟ ਫਰੈਸ਼ ਵਾਟਰ ਲੇਕ, ਵੂਲਰ ਲੇਕ, ਜੰਮੂ ਐਂਡ ਕਸ਼ਮੀਰ। ਠੀਕ ਆ, ਸੋ ਇਹ ਵੀ ਤੁਸੀਂ ਯਾਦ ਕਰਨਾ, ਇਹ ਵੀ ਮੋਸਟ ਇੰਪੋਰਟੈਂਟ ਬਣਦੇ ਨੇ। ਠੀਕ ਆ, ਸੋ ਇਹਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾਗਾ, ਇਹ ਵਾਲੇ ਜ਼ਰੂਰ ਯਾਦ ਕਰਦੇ ਆ। ਠੀਕ ਆ, ਸੋ ਮੈਂ ਇਹਨੂੰ ਇਸੇ ਕਰਕੇ ਮੈਂ ਸਿਸਟਮੈਟਿਕ ਵਾਈਜ਼ ਲਾਏ ਨੇ ਕਿ ਪਹਿਲਾਂ ਤੁਸੀਂ ਲਾਰਜੈਸਟ ਕਰੋ, ਫਿਰ ਲੌਂਗੈਸਟ ਕਰੋ, ਫਿਰ ਬਿਗੈਸਟ ਕਰੋ, ਤਾਂ ਇਦਾਂ ਤੁਹਾਡਾ ਜ਼ਿਆਦਾ ਕਨਫਿਊਜ਼ ਨਹੀਂ ਹੋਵੋਗੇ। ਠੀਕ ਆ, ਸੋ ਆਹ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੋ ਚੁੱਕਿਆ ਵਾ ਕੁਐਸਚਨ। ਹੁਣ ਨੈਕਸਟ ਆ ਗਿਆ ਜੀ ਓਲਡੈਸਟ ਤੇ ਲਾਰਜੈਸਟ ਜ਼ੂ ਕਿਹੜਾ ਵਾ ਇੰਡੀਆ 'ਚ? ਅਲੀਪੁਰ ਜ਼ੂਲੋਜੀਕਲ ਗਾਰਡਨ, ਕੋਲਕਾਤਾ। ਠੀਕ ਆ, ਇਹ ਵੀ ਤੁਸੀਂ ਯਾਦ ਕਰ ਲੈਣਾ। ਹੁਣ ਆਹ ਵਾਲਾ ਕੁਐਸਚਨ ਅਜੇ ਹੁਣੇ ਪੇਪਰ ਦੇ ਵਿੱਚ ਇੱਕ ਦੇ ਵਿੱਚ ਰਿਪੀਟ ਹੋਇਆ ਹੋਇਆ, ਸ਼ਾਇਦ PSSB ਜਾਂ PPSC ਦੇ ਕਿਸੇ ਪੇਪਰ 'ਚ ਰਿਪੀਟ ਹੋਇਆ। ਲਾਰਜੈਸਟ ਡੈਜ਼ਰਟ ਦੱਸੋ ਕਿਹੜਾ? ਥਾਰ ਡੈਜ਼ਰਟ। ਠੀਕ ਆ, ਥਾਰ ਮਾਰੂਥਲ ਰਾਜਸਥਾਨ 'ਚ ਸਥਿਤ ਆ, ਲਾਰਜੈਸਟ ਡੈਜ਼ਰਟ ਆ। ਠੀਕ ਆ, ਇਹ ਸੋ ਇਹ ਵੀ ਇੰਪੋਰਟੈਂਟ। ਲਾਰਜੈਸਟ ਡੈਲਟਾ, ਸੁੰਦਰਬਨ ਡੈਲਟਾ, ਵੈਸਟ ਬੰਗਾਲ। ਇਹ ਵੀ ਮੋਸਟ ਇੰਪੋਰਟੈਂਟ ਬਣਦਾ ਵਾ, ਇਹ ਵੀ ਤੁਸੀਂ ਯਾਦ ਕਰਨਾ ਵਾ। ਠੀਕ ਆ, ਨੈਕਸਟ ਆ ਗਿਆ ਲਾਰਜੈਸਟ ਆਰਟੀਫਿਸ਼ੀਅਲ ਲੇਕ ਕਿਹੜੀ ਆ ਜੀ? ਗੋਬਿੰਦ ਸਾਗਰ, ਰਿਹਾਨੀ ਡੈਮ 'ਚ। ਇਹ ਵੀ ਤੁਸੀਂ ਕਰਨਾ। ਠੀਕ ਆ, ਰਿਹੰਦ ਡੈਮ 'ਚ। ਦਾ ਲਾਰਜੈਸਟ ਐਨੀਮਲ ਫੇਅਰ, ਸੋਨਪੁਰ, ਬਿਹਾਰ। ਠੀਕ ਆ, ਸੋ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾਗਾ। ਲਾਰਜੈਸਟ ਰਿਵਰ ਆਈਲੈਂਡ ਕਿਹੜਾ ਵਾ ਜੀ? ਮਜੁਲੀ। ਠੀਕ ਆ ਜੀ, ਇਹ ਬ੍ਰਹਮਪੁੱਤਰ ਰਿਵਰ ਅਸਾਮ 'ਚ ਆ। ਮੋਸਟ ਇੰਪੋਰਟੈਂਟ ਕੁਐਸਚਨ ਆ, ਪੇਪਰ ਦੇ ਵਿੱਚ ਇਹ ਰਿਪੀਟ ਹੁੰਦਾ ਵਾ। ਠੀਕ ਆ, ਬਾਰ-ਬਾਰ। ਲਾਰਜੈਸਟ ਅਗਰ ਆਪਾਂ ਕਹਾਂ ਲਾਰਜੈਸਟ ਆਪਣੀ ਕੰਟੀਲੀਵਰ, ਆਪਣੀ ਬ੍ਰਿਜ ਕਿਹੜਾ ਵਾ? ਠੀਕ ਆ, ਰਵਿੰਦਰਾ ਸੇਤੂ ਔਰ ਹੌਵੜਾ ਬ੍ਰਿਜ ਵੀ ਕਹਿ ਦਿੰਦੇ ਆ, ਜਿਹੜਾ ਕਿ ਕਲਕੱਤਾ 'ਚ ਸਥਿਤ ਆ। ਪੇਪਰ 'ਚ ਇਹ ਵੀ ਕੁਐਸਚਨ ਬਣਦਾ ਵਾ। ਠੀਕ ਹੈ, ਇਹ ਵੀ ਤੁਹਾਨੂੰ ਯਾਦ ਕਰਨਾ ਹੀ ਪੈਣਾ ਵਾ। ਲਾਰਜੈਸਟ ਕੇਵ ਮਤਲਬ ਕਿ ਸਭ ਤੋਂ ਵੱਡੀ ਗੁਫਾ ਕਿਹੜੀ ਆ? ਅਮਰਨਾਥ ਗੁਫਾ, ਜੰਮੂ ਐਂਡ ਕਸ਼ਮੀਰ। ਇਹ ਵੀ ਮੋਸਟ ਇੰਪੋਰਟੈਂਟ ਬਣਦਾ ਵਾ, ਇਹ ਵੀ ਤੁਹਾਨੂੰ ਯਾਦ। ਸੋ ਇਹ ਸੌਖੇ ਨੇ, ਇਹ ਤੁਹਾਡੇ ਲਈ ਯਾਦ ਕਰਨੇ ਵੀ ਜ਼ਿਆਦਾ ਔਖੇ ਨਹੀਂ ਹੋਣਗੇ, ਸੋ ਇਹ ਤੁਸੀਂ ਯਾਦ ਜ਼ਰੂਰੀ ਕਰਨੇ ਆ। ਸੋ ਲਾਰਜੈਸਟ ਆਪਣੀ ਸਭ ਤੋਂ ਵੱਡੀ ਮਸਜਿਦ ਕਿਹੜੀ ਆ ਜੀ? ਇਹ ਹੈਗਾ ਜਾਮਾ ਮਸਜਿਦ, ਦਿੱਲੀ। ਮੋਸਟ ਇੰਪੋਰਟੈਂਟ, ਇਹ ਵੀ ਪੇਪਰ 'ਚ ਰਿਪੀਟਡ ਕੁਐਸਚਨ ਆ। ਕਿਸੇ ਵੀ ਪੇਪਰ 'ਚ ਬਹਿ ਜਾਓ, ਚਾਹੇ ਤੁਸੀਂ SSC ਦੇ ਪੇਪਰ ਦੇ ਵਿੱਚ ਬਹਿੰਦੇ ਹੋ, ਚਾਹੇ ਤੁਸੀਂ ਬੈਂਕਿੰਗ ਦੇ 'ਚ, ਰੇਲਵੇ 'ਚ, ਪੰਜਾਬ ਦੇ ਕਿਸੇ ਪੇਪਰ 'ਚ ਬੈਠੋਗੇ, ਇਹਦੇ ਵਿੱਚ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲਣਗੇ ਹੀ ਮਿਲਣਗੇ। ਠੀਕ ਆ, ਉਹ ਸਟੈਟਿਕ ਪਾਰਟ ਹੋ ਗਿਆ, ਇਹ ਤੁਹਾਨੂੰ ਕਰਨਾ ਹੀ ਪੈਣਾ ਵਾ, ਇਦੋਂ ਬਿਨਾਂ ਕੋਈ ਗੁਜ਼ਾਰਾ ਨਹੀਂਗਾ। ਠੀਕ ਆ,
ਸੋ ਲਾਰਜੈਸਟ ਆਪਣਾ ਗੁਰਦੁਆਰਾ ਸਾਹਿਬ ਆਪਾਂ ਨੂੰ ਪਤਾ ਗੋਲਡਨ ਟੈਂਪਲ ਅੰਮ੍ਰਿਤਸਰ ਦੇ ਵਿੱਚ, ਠੀਕ ਹੈ ਜੀ। ਸੋ ਇਹ ਵੀ ਇੰਪੋਰਟੈਂਟ ਬਣਦਾ, ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ। ਲਾਰਜੈਸਟ ਕੇਵ, ਠੀਕ ਹੈ, ਸਭ ਤੋਂ ਵੱਡਾ ਗੁਫਾ ਮੰਦਰ ਕਿਹੜਾ ਵਾ, ਠੀਕ ਹੈ, ਗੁਫਾ ਦੇ ਵਿੱਚ। ਸੋ ਹੈਗਾ ਕੈਲਾਸ਼ ਮੰਦਰ, ਇਲੌਰਾ ਮਹਾਰਾਸ਼ਟਰ ਦੇ ਵਿੱਚ ਆ, ਇਹ ਵੀ ਇੰਪੋਰਟੈਂਟ ਬਣਦਾ। ਹੁਣ ਜੀ ਆਹ ਕੁਐਸਚਨ ਅਜੇ ਹੁਣੇ ਪੇਪਰ 'ਚ ਰਿਪੀਟ ਹੋਇਆ ਵਾ PSSB ਦੇ, ਕਿ ਲਾਰਜੈਸਟ ਮਿਊਜ਼ੀਅਮ ਇੰਡੀਆ ਦਾ ਕਿਹੜਾ ਵਾ। ਓਲਡੈਸਟ ਤੇ ਲਾਰਜੈਸਟ ਮਿਊਜ਼ੀਅਮ ਇੰਡੀਆ ਦਾ ਇੰਡੀਅਨ ਮਿਊਜ਼ੀਅਮ ਕੋਲਕਾਤਾ। ਮੋਸਟ ਇੰਪੋਰਟੈਂਟ ਬਣਦਾ ਵਾ PSSB ਦੇ, ਸ਼ਾਇਦ ਜੇਲ੍ਹ ਵਾਰਡਨ ਜਾਂ ਕਲਰਕ ਦੇ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਰਿਪੀਟ ਹੋ ਚੁੱਕਿਆ 2021 'ਚ, ਠੀਕ ਆ। ਸੋ ਇੰਪੋਰਟੈਂਟ ਬਣਦੇ ਨੇ। ਹੁਣ ਆਪਾਂ ਕਰਾਂਗੇ ਲੌਂਗੈਸਟ ਸੁਪਰਲੇਟਿਵ ਇਨ ਇੰਡੀਆ। ਇੱਕ ਗੱਲ ਧਿਆਨ ਰੱਖਣੀ ਆ, ਜਦੋਂ ਮੈਂ ਵਰਲਡ ਵਾਲੇ ਕਰਵਾਊਂਗਾ ਉਹ ਨੀਚੇ ਮੇਰੇ ਰੱਖੇ ਹੋਏ ਨੇ, ਪਰ ਇਹ ਫਿਲਹਾਲ ਇੰਡੀਆ ਦੀ ਹੀ ਗੱਲ ਹੋ ਰਹੀ ਆ। ਜੇਕਰ ਕਿਤੇ ਤੁਹਾਨੂੰ ਜਿੱਦਾਂ ਕਿ ਲੌਂਗੈਸਟ ਰਿਵਰ ਲਿਖਤਾ ਵਾ ਜਾਂ ਲੌਂਗੈਸਟ ਕੈਨਲ ਲਿਖਤਾ, ਠੀਕ ਆ, ਮੈਂ ਇਹਦੇ ਵਿੱਚ ਤੁਸੀਂ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾਗਾ ਵਾ ਕਿ ਇਹ ਕਿਤੇ ਵਰਲਡ ਦੀ ਤਾਂ ਨਹੀਂ ਗੀ। ਸੋ ਵਰਲਡ ਦੀ ਜਦੋਂ ਕਰਾਵਾਂਗੇ ਉਦੋਂ ਮੈਂ ਤੁਹਾਨੂੰ ਦੱਸੂਗਾ। ਫਿਲਹਾਲ ਆਪਾਂ ਇੰਡੀਆ ਦੇ ਕਰ ਰਹੇ ਹਾਂ। ਲੌਂਗੈਸਟ ਰਿਵਰ ਇੰਡੀਆ ਦੀ ਕਿਹੜੀ ਹੈ ਜੀ? ਦਾ ਗੰਗਾ, ਠੀਕ ਆ, 2525 ਕਿਲੋਮੀਟਰ, ਬਹੁਤ ਵਾਰ ਪੇਪਰ ਦੇ ਵਿੱਚ ਰਿਪੀਟ ਹੁੰਦਾ ਹੈ। ਲੌਂਗੈਸਟ ਕੈਨਲ ਕਿਹੜੀ ਆ? ਸਭ ਤੋਂ ਲੰਬੀ ਨਹਿਰ ਕਿਹੜੀ ਆ ਇੰਡੀਆ ਦੀ? ਇੰਦਰਾ ਗਾਂਧੀ ਕੈਨਲ, ਔਰ ਜਿਹਨੂੰ ਆਪਾਂ ਰਾਜਸਥਾਨ ਕੈਨਲ ਵੀ ਕਹਿ ਦਿੰਦੇ ਆ, ਰਾਜਸਥਾਨ 'ਚ ਸਥਿਤ ਆ। PSSB ਦੇ ਕਲਰਕ ਪੇਪਰ 'ਚ ਆਹ ਕੁਐਸਚਨ ਆਇਆ ਹੋਇਆ ਵਾ। ਤੁਸੀਂ ਹੁਣ ਦੇਖ ਲਓ, ਹਿਸਾਬ ਲਗਾ ਲਓ ਕਿ ਤੁਹਾਨੂੰ ਇਹ ਯਾਦ ਕਰਨੇ ਪੈਣੇ ਹੀ ਨੇ, ਕਿਉਂਕਿ ਇਹਦੇ ਵਿੱਚੋਂ ਸਟੈਟਿਕ ਦੇ ਵਿੱਚੋਂ ਕੁਐਸਚਨ ਆਉਂਦਾ ਹੀ ਆਉਂਦਾ। ਲੌਂਗੈਸਟ ਡੈਮ ਕਿਹੜਾ ਜੀ? ਹੀਰਾਕੁੰਡ ਡੈਮ, ਉੜੀਸਾ। ਇਹ ਵੀ ਕੁਐਸਚਨ 2021 ਦੇ PSSB ਦੇ ਇੱਕ ਪੇਪਰ 'ਚ ਰਿਪੀਟ ਹੋਇਆ ਹੋਇਆ। ਲੌਂਗੈਸਟ ਡੈਮ ਕਿਹੜਾ? ਹੀਰਾਕੁੰਡ ਡੈਮ। ਇਹਦਾ ਤੁਸੀਂ ਇਹ ਵੀ ਸਟੇਟ ਵੀ ਯਾਦ ਕਰਨੀ ਆ, ਉੜੀਸਾ 'ਚ ਸਥਿਤ ਆ। ਕਈ ਵਾਰ ਇੱਦਾਂ ਪੁੱਛ ਲੈਂਦੇ ਨੇ ਕਿ ਹੀਰਾਕੁੰਡ ਡੈਮ ਆ ਜਿਹੜਾ ਉਹ ਕਿੱਥੇ ਸਥਿਤ ਆ? ਉੜੀਸਾ 'ਚ, ਠੀਕ ਆ। ਲੌਂਗੈਸਟ ਨੈਸ਼ਨਲ ਹਾਈਵੇ ਕਿਹੜਾ? NH44, ਸ਼੍ਰੀਨਗਰ ਤੋਂ ਕੰਨਿਆ ਕੁਮਾਰੀ ਤੱਕ ਆ। ਇਹ ਜ਼ਰੂਰ ਤੁਸੀਂ ਯਾਦ ਕਰਨਾ, ਇਹ ਵੀ ਪੇਪਰ 'ਚ ਰਿਪੀਟ ਹੁੰਦਾ ਵਾ, ਠੀਕ ਆ। ਸੋ ਜਿਹੜੇ ਰਿਪੀਟ ਹੁੰਦੇ ਨੇ, ਜਿਹੜੇ ਮੈਂ ਤੁਹਾਨੂੰ ਜ਼ਿਆਦਾਤਰ ਕਰਵਾ ਰਿਹਾ ਵਾਂ, ਉਹ ਰਿਪੀਟਡ ਕੁਐਸਚਨ ਦੇ ਉੱਤੇ ਜਦੋਂ ਮੈਂ ਤੁਹਾਨੂੰ ਕਹਤਾ ਉਹ ਤੁਸੀਂ ਜ਼ਰੂਰ ਯਾਦ ਕਰਨੇ ਨੇ, ਠੀਕ ਆ। ਜਦੋਂ ਮੈਂ ਤੁਹਾਨੂੰ ਇਹਦੇ PDF ਆਪਣਾ ਕੁਇਜ਼ ਕਰਾਂਗੇ, ਠੀਕ ਆ, ਕੁਇਜ਼ ਤੋਂ ਬਾਅਦ ਮੈਂ ਤੁਹਾਨੂੰ ਇਹ PDF ਦੇ ਦਾਂਗਾ। ਤੁਸੀਂ ਆਰਾਮ ਨਾਲ ਬਹਿ ਕੇ ਆਪਦੀ ਇਹਨੂੰ 2-3 ਵਾਰੀ ਰਿਵਾਈਜ਼ ਕਰੋਗੇ ਤਾਂ ਆਰਾਮ ਨਾਲ ਤੁਹਾਡੇ ਯਾਦ ਹੋ ਜਾਣਗੇ, ਕੋਈ ਜ਼ਿਆਦਾ ਵੱਡੇ ਔਖੇ ਨਹੀਂ, ਠੀਕ ਆ। ਕਿਉਂਕਿ ਜਦੋਂ ਆਪਾਂ ਕੁਇਜ਼ ਕਰਾਂਗੇ, MCQ ਕਰਾਂਗੇ, ਉਹਦੇ ਵਿੱਚ ਤਾਂ ਤੁਹਾਡੇ ਬਾਕੀ ਸਾਰੇ ਕਲੀਅਰ ਹੋ ਜਾਣਗੇ, ਪਰ ਇਹਦੇ ਜ਼ਿਆਦਾਤਰ ਤੁਹਾਨੂੰ ਇਸ ਤਰ੍ਹਾਂ ਵਨ ਲਾਈਨਰ ਹੀ ਪੜ੍ਹੋਗੇ, ਜ਼ਿਆਦਾ ਬੈਟਰ ਰਹਿਣਗੇ, ਠੀਕ ਆ। ਸੋ ਕਿਉਂਕਿ ਇਹ ਜ਼ਿਆਦਾ ਨੇ, ਇਹਦੇ ਵਿੱਚ ਜ਼ਿਆਦਾ ਤੁਸੀਂ MCQs ਦੇ ਵਿੱਚ ਪਹਿਲਾਂ ਕਨਫਿਊਜ਼ ਹੋਵੋਗੇ। ਇੱਕ ਵਾਰ ਤੁਸੀਂ ਵਨ ਲਾਈਨਰ ਪੜ੍ਹ ਲਏ, ਉਸ ਤੋਂ ਬਾਅਦ MCQ ਕਰੋਗੇ, ਆਰਾਮ ਨਾਲ ਹੋਣਗੇ। ਲੌਂਗੈਸਟ ਸੀ ਬੀਚ ਕਿਹੜਾ? ਸਭ ਤੋਂ ਲੰਬਾ ਸਮੁੰਦਰੀ ਬੀਚ ਕਿਹੜਾ? ਮਰੀਨਾ ਬੀਚ, ਚੇਨਈ। ਬਹੁਤ ਵਾਰ ਪੇਪਰ 'ਚ ਰਿਪੀਟ ਹੋਇਆ, ਸ਼ਾਇਦ ਇੱਕ PSSB ਦੇ ਪੇਪਰ ਦੇ ਵਿੱਚ ਇਹ ਕੁਐਸਚਨ ਆ ਚੁੱਕਾ ਵਾ। ਲੌਂਗੈਸਟ ਰਿਵਰ ਬ੍ਰਿਜ ਕਿਹੜਾ ਵਾ ਜੀ? ਇਹ ਹੈਗਾ ਜੀ ਆਪਣਾ ਭੁਪੇਨ ਹਜ਼ਾਰਿਕਾ ਪੁਲ ਆ, ਠੀਕ ਆ ਜੀ, ਬ੍ਰਿਜ ਆ ਇਹ। ਸੋ ਇਹ ਲੋਹਿਤ ਨਦੀ ਤੇ ਸਥਿਤ ਆ, 9.15 ਕਿਲੋਮੀਟਰ ਦੀ ਇਹਦੀ ਲੈਂਥ ਆ, ਠੀਕ ਆ। ਲੌਂਗੈਸਟ ਸੀ ਬ੍ਰਿਜ ਕਿਹੜਾ ਵਾ ਜੀ? ਠੀਕ ਆ, ਲੰਬਾ ਮਤਲਬ ਸਮੁੰਦਰੀ ਪੁਲ ਪੁੱਛ ਲਿਆ ਉਹਨੇ। ਬਾਂਦਰਾ ਤੋਂ ਵਰਲੀ ਸੀ ਲਿੰਕ ਰੋਡ ਆ, ਠੀਕ ਆ, ਆਪਣਾ ਸੀ ਰੂਟ ਆ, ਠੀਕ ਆ ਜੀ। ਦਾ ਲੌਂਗੈਸਟ ਰੋਡ ਕਿਹੜਾ ਵਾ ਜੀ? ਗ੍ਰੈਂਡ ਟਰੰਕ ਰੋਡ, ਕਲਕੱਤਾ ਤੋਂ ਦਿੱਲੀ। ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ ਵਾ ਕਿ GT ਰੋਡ ਦੀ ਮਤਲਬ ਇਹ ਕਿਹਦੇ ਨਾਲ ਤਾਲੁਕਾਤ ਰੱਖਦਾ ਵਾ, ਠੀਕ ਆ। ਪੇਪਰ ਦੇ ਵਿੱਚ ਇਹ ਕੁਐਸਚਨ ਆਇਆ ਹੋਇਆ ਵਾ, ਠੀਕ ਆ। ਸੋ ਦੱਸਣਾ ਵਾ ਤੁਸੀਂ ਇਹ GT ਰੋਡ ਕਿਹਨੇ ਬਣਾਇਆ ਸੀਗਾ, ਠੀਕ ਆ। ਨੈਕਸਟ ਕਰਦੇ ਆਪਾਂ। ਲੌਂਗੈਸਟ ਰੇਲ ਕਮ ਰੋਡ ਬ੍ਰਿਜ ਕਿਹੜਾ ਵਾ? ਠੀਕ ਆ, ਸਭ ਤੋਂ ਲੰਬਾ ਰੇਲ ਕਮ ਸੜਕ ਪੁਲ ਕਿਹੜਾ ਵਾ? ਸੋ ਇਹ ਹੈਗਾ ਬੋਗੀਬੀਲ ਪੁਲ, ਠੀਕ ਹੈ ਜੀ। ਸੋ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾ। ਲੌਂਗੈਸਟ ਰਿਵਰ ਵਿਦਾਊਟ ਡੈਲਟਾ, ਨਰਮਦਾ, ਠੀਕ ਆ। ਲੌਂਗੈਸਟ ਕੋਰੀਡੋਰ ਕਿਹੜਾ ਵਾ ਜੀ? ਹੁਣ ਇਹ ਹੈਗਾ ਜੀ ਆਪਣਾ ਰਾਮੇਸ਼ਨਾਸ਼ਵਤੀ ਟੈਂਪਲ, ਆਪਣਾ ਰਾਮੇਸ਼ਵਰਮ, ਠੀਕ ਆ। ਸੋ ਇਹ ਵੀ ਤੁਸੀਂ। ਲੌਂਗੈਸਟ ਰੇਲਵੇ ਹੈਗਾ ਜੀ ਗੋਰਖਪੁਰ, ਉੱਤਰ ਪ੍ਰਦੇਸ਼ 'ਚ ਸਥਿਤ ਆ ਜੀ ਇਹ। ਸੋ ਇਹ ਵੀ ਤੁਸੀਂ ਯਾਦ ਕਰਨਾ, ਪੇਪਰ 'ਚ ਇਹ ਵੀ ਰਿਪੀਟ ਹੁੰਦਾ ਵਾ। ਨੈਕਸਟ ਹੁਣ ਆ ਗਏ ਜੀ ਆਪਾਂ ਹਾਈਐਸਟ, ਟੋਲੈਸਟ, ਬਿਗੈਸਟ ਤੇ ਡੀਪੈਸਟ। ਇਹ ਸੁਪਰਲੈਟਿਵ ਭਾਰਤ ਦੇ ਜਿੰਨੇ ਵੀ ਨੇ ਸਾਰੇ ਆਪਾਂ ਇਹਦੇ ਵਿੱਚ ਹੀ ਕਵਰ ਕਰਾਂਗੇ, ਠੀਕ ਆ। ਸੋ ਤੁਸੀਂ ਕਰ ਲੈਣੇ ਨੇ। ਹਾਈਐਸਟ ਲੇਕ ਕਿਹੜੀ ਆ ਜੀ? ਹਾਈਐਸਟ ਲੇਕ ਦੱਸੋ ਜੀ। ਇਹ ਹੈਗੀ ਆ ਜੀ ਦੇਵਤਾਲ ਝੀਲ ਆ, ਠੀਕ ਆ, ਉੱਤਰਾਖੰਡ 'ਚ ਸਥਿਤ ਆ, ਇਹ ਕਰ ਲਿਓ। ਹਾਈਐਸਟ ਡੈਮ ਟੇਰੀ ਡੈਮ, ਉੱਤਰਾਖੰਡ। ਆ ਪੇਪਰ ਦੇ ਵਿੱਚ PSSB 2021 'ਚ ਰਿਪੀਟ ਹੋਇਆ ਕੁਐਸਚਨ ਆ। ਹਾਈਐਸਟ ਡੈਮ ਦੱਸੋ ਜੀ ਭਾਰਤ ਦਾ ਕਿਹੜਾ ਵਾ? ਟੇਰੀ ਡੈਮ ਆ, ਠੀਕ ਆ। ਸੋ ਇਹ ਡੈਮ ਹੋ ਗਏ, ਝੀਲ ਹੋ ਗਏ, ਲੇਕਸ ਹੋ ਗਈਆਂ, ਝੀਲਾਂ ਹੋ ਗਈਆਂ, ਠੀਕ ਆ, ਰਿਵਰਸ ਹੋ ਗਈਆਂ। ਇਹ ਤੁਹਾਨੂੰ ਯਾਦ ਨਾ ਕਰਨੀਆਂ ਪੈਣੀਆਂ, ਕਿਉਂਕਿ ਜ਼ਿਆਦਾਤਰ ਕੁਐਸਚਨ ਇਹਦੇ ਵਿੱਚੋਂ ਆਉਂਦੇ ਨੇ, ਠੀਕ ਆ। ਜਿੱਦਾਂ ਡੇਜ਼ਰਟ ਹੋ ਗਏ, ਥਾਰ ਮਾਰੂਥਲ ਹੋ ਗਿਆ, ਲਾਰਜੈਸਟ ਹੋ ਗਿਆ, ਜਿਹੜਾ ਮੈਂ ਤੁਹਾਨੂੰ ਉੱਪਰ ਕਰਵਾਇਆ, ਜ਼ਿਆਦਾਤਰ ਕੁਐਸਚਨ ਇਹਦੇ ਵਿੱਚੋਂ ਬਣਦੇ ਨੇ, ਠੀਕ ਆ। ਇਹ ਤਾਂ ਤੁਹਾਨੂੰ ਸਾਰੇ ਹੀ ਕਰਨੇ ਪੈਣੇ ਨੇ। ਨੈਕਸਟ ਆ ਗਿਆ ਦਾ ਹਾਈਐਸਟ ਵਾਟਰਫਾਲ ਕਿਹੜਾ ਵਾ? ਹਾਈਐਸਟ ਜਿਹੜਾ ਵਾਟਰਫਾਲ ਆ ਜਿਹੜਾ ਉਹ ਕੁੰਚੀਗਲ ਝਰਨਾ ਵਾ ਜੀ, ਠੀਕ ਆ ਜੀ। ਸੋ ਇਹ ਹੈਗਾ ਸ਼ਿਮੋਗਾ, ਕਰਨਾਟਕਾ 'ਚ ਸਥਿਤ ਆ। ਹਾਈਐਸਟ ਰੋਡ ਕਿਹੜਾ ਵਾ ਜੀ? ਯੁਮਲਿੰਗਲਾ, ਲਦਾਖ ਦਾ ਰੋਡ ਆ, ਸਭ ਤੋਂ ਉੱਚੀ ਸੜਕ ਰੋਡ ਮਤਲਬ, ਠੀਕ ਆ। ਹਾਈਐਸਟ ਹੁੰਦਾ ਉੱਚਾ। ਹਾਈਐਸਟ 에ਅਰਪੋਰਟ ਦੱਸੋ ਜੀ। ਲੇ 에ਅਰਪੋਰਟ, ਲਦਾਖ। ਪੇਪਰ 'ਚ ਰਿਪੀਟ ਹੋਇਆ ਕੁਐਸਚਨ ਆ ਵੀ, ਠੀਕ ਆ ਜੀ। ਹੁਣ ਆਹ ਵਾਲਾ ਕੁਐਸਚਨ ਆ ਜਿਹਦੇ ਵਿੱਚ ਕਿ ਜ਼ਿਆਦਾਤਰ ਬੱਚੇ ਕਨਫਿਊਜ਼ ਹੁੰਦੇ ਨੇ। ਹਾਈਐਸਟ ਪੀਕ ਜਿਹੜੀ ਆ ਭਾਰਤ ਦੀ, ਮਤਲਬ ਮਾਊਂਟੇਨ ਪੀਕ, ਉਹ ਪੁੱਛਦੇ ਨੇ ਕਿ ਇਹਦੇ ਵਿੱਚ ਜ਼ਿਆਦਾਤਰ ਹੁੰਦੇ ਨੇ ਕੰਚਨਜੁੰਗਾ ਵਾ ਜਾਂ ਆਪਣੀ ਗੋਡਵਿਨ ਆਸਟਿਨ ਆ। ਦੇਖੋ ਜੀ ਹੁਣ ਇਹਨੂੰ ਮੈਂ ਤੁਹਾਨੂੰ ਥੋੜਾ ਜਿਹਾ ਐਕਸਪਲੇਨ ਕਰਾਂ, ਮੈਂ ਨਾਲ ਤੁਹਾਨੂੰ ਐਡ ਹੀ ਕਰ ਦਿੱਤਾ ਵਾ ਇਹ, ਜਿਹੜੀ ਅਗਰ ਆਪਾਂ ਨੂੰ ਪੇਪਰ ਦੇ ਵਿੱਚ 2 ਤਰੀਕੇ 'ਚ ਕੁਐਸਚਨ ਆਉਂਦਾ ਵਾ ਇਹ, ਠੀਕ ਆ। ਪਹਿਲਾਂ ਮੈਂ ਤੁਹਾਨੂੰ ਸਮਝਾ ਦਿੰਦਾ, ਠੀਕ ਆ, ਵੀ ਇਹ ਪੇਪਰ 'ਚ ਕਿੱਦਾਂ ਪੁੱਛਦੇ ਨੇ। ਜੇਕਰ ਆਪਾਂ ਨੂੰ ਪੁੱਛੇ ਕਿ ਹਾਈਐਸਟ ਪੀਕ ਆਫ ਇੰਡੀਆ ਕਿਹੜੀ ਆ, ਠੀਕ ਆ,
ਹਾਂ ਦੋ ਤਰ੍ਹਾਂ ਪਹਿਲੇ ਤਰੀਕੇ 'ਚ ਦੱਸਦਾ ਤੁਹਾਨੂੰ ਮੈਂ ਕਿ ਪਹਿਲੇ ਤਰੀਕੇ 'ਚ ਪੇਪਰ 'ਚ ਕੁਐਸਚਨ ਕਿੱਦਾਂ ਪੁੱਛਿਆ। ਕੁਐਸਚਨ ਆਊਗਾ ਪੇਪਰ 'ਚ ਕਿ ਹਾਈਐਸਟ ਪੀਕ ਆਫ ਹਾਈਐਸਟ ਮਾਊਂਟਨ ਪੀਕ ਦੱਸੋ ਜੀ ਕਿਹੜੀ ਆ ਇੰਡੀਆ ਦੀ, ਠੀਕ ਆ। ਸਿੰਪਲ ਉਹ ਪੁੱਛ ਲੈਣਗੇ। ਉਹਦੇ ਵਿੱਚ ਤੁਹਾਨੂੰ ਚਾਹੇ ਤਾਂ ਗੋਡਵਿਨ ਆਸਟਿਨ K2 ਦੇ ਦੇਣਗੇ, ਚਾਹੇ ਉਹ ਤੁਹਾਨੂੰ ਦੇ ਦੇਣਗੇ ਆਪਣੇ ਕੰਚਨਜੁੰਗਾ, ਠੀਕ ਆ। ਦੋਨਾਂ 'ਚੋਂ ਇੱਕ ਦੇਣਗੇ ਆਪਸ਼ਨ, ਤਾਂ ਤੁਸੀਂ ਇੱਕ ਲਾ ਸਕਦੇ ਹੋ, ਦੋਨਾਂ 'ਚੋਂ ਜਿਹੜੀ ਮਰਜ਼ੀ ਲਗਾ ਦਿਓ, ਠੀਕ ਆ। ਜੇਕਰ ਤੁਹਾਨੂੰ ਇਹ ਦੋਨੇ ਆਪਸ਼ਨ 'ਚ ਦੇਤੀਆਂ, ਹੁਣ ਦੇਖੋ ਜੀ ਇਹਨੂੰ ਸਮਝੋਗੇ ਇਹਨਾਂ ਦੋਨਾਂ ਦੇ ਹਿਸਾਬ ਦੇ ਨਾਲ ਤੁਸੀਂ ਕਿਹੜੀ ਚੀਜ਼ ਤੇ ਟਿਕ ਲਾਉਣੀ ਆ। ਦੇਖੋ ਜੀ ਜੇਕਰ ਆਵੇ ਆਪਾਂ ਨੂੰ ਕਿ ਭਾਰਤ ਦੀ ਸਭ ਤੋਂ ਉੱਚੀ ਚੋਟੀ, ਠੀਕ ਆ, ਭਾਰਤ ਦੀ ਮਤਲਬ ਹਾਈਐਸਟ ਪੀਕ ਆਫ ਇੰਡੀਆ, ਫਿਰ ਤੁਸੀਂ ਗੋਡਵਿਨ ਆਸਟਿਨ ਲਾਉਣੀ ਆ ਜਿਹੜੀ ਕਿ 8611 ਮੀਟਰ ਇਹਦੀ ਹਾਈਟ ਆ। ਇਹ ਦੂਜੀ ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ਆ, ਠੀਕ ਆ, K2। ਤੇ ਜੇਕਰ ਤੁਹਾਨੂੰ ਪੁੱਛੇ ਕਿ ਭਾਰਤ ਦੇ ਵਿੱਚ ਐਕਚੁਅਲ ਦੇ ਵਿੱਚ ਇਹ ਇਸ ਟਾਈਮ ਦੇ ਉੱਤੇ ਇਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਦੇ ਵਿੱਚ ਸਥਿਤ ਆ ਜਿਹੜੀ ਗੋਡਵਿਨ ਆਸਟਿਨ K2। ਵੈਸੇ ਇਹ ਅਗਰ ਆਪਾਂ ਗੱਲ ਕਰੀਏ ਤਾਂ ਭਾਰਤ ਦੀ ਹੀ ਆ, ਠੀਕ ਆ। ਸੋ ਪਾਕਿਸਤਾਨ ਨੇ ਇਹਨੂੰ ਆਕੂਪਾਈਡ ਕੀਤਾ ਹੋਇਆ, ਜਿਹਨੂੰ ਆਪਾਂ POK ਕਹਿੰਦੇ ਆ ਨਾ, POK ਕਹਿੰਦੇ ਹੁੰਦੇ ਆ ਕਿ ਪਾਕਿਸਤਾਨ ਆਕੂਪਾਈਡ ਕਸ਼ਮੀਰ ਆ ਜਿਹੜਾ। ਪਾਕਿਸਤਾਨ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ, ਆ ਲਿਖਿਆ ਹੋਇਆ ਮੇਰਾ, ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਕਬਜ਼ੇ 'ਚ ਕੀਤੀ ਹੋਈ ਆ ਜਿਹੜੇ ਕਸ਼ਮੀਰ ਦੇ ਪਾਰਟ 'ਚ, ਤੋਂ ਇਹ ਉਸ ਜਗ੍ਹਾ ਦੇ ਉੱਤੇ ਸਥਿਤ ਆ ਕਾਰਾਕਰਮ ਰੇਂਜ ਦੇ ਵਿੱਚ ਆ, ਠੀਕ ਆ। ਚਾਈਨਾ ਤੇ ਕੁਛ ਪਾਰਟ ਇਹਦਾ ਆਪਣਾ ਹੈਗਾ ਗਿਲਗਿਟ ਬਲਤਿਸਤਾਨ ਪੋਰਸ਼ਨ ਕਸ਼ਮੀਰ ਜਿਹੜਾ ਕਿ ਪਾਕਿਸਤਾਨ ਦੇ ਅੰਡਰ ਹੁੰਦਾ। ਸੋ ਟਰਾਂਸ ਹਿਮਾਲਿਆ ਪੇਪਰ ਦੇ ਵਿੱਚ ਅਗਰ ਟਰਾਂਸ ਹਿਮਾਲਿਆ ਜਿਹੜੀ ਆਪਣੀ ਦੂਜੀ ਕੰਚਨਜੁੰਗਾ ਵਾ ਨਾ, ਜਿਹੜੀ ਆ ਨੀਚੇ ਆਪਾਂ ਤੁਹਾਨੂੰ ਮੈਂ ਬਾਅਦ ਚੋਂ ਕਰਵਾਉਣਾ, ਜਿਹੜੀ ਕੰਚਨਜੁੰਗਾ ਵਾ ਇਹ ਆਪਣੀ ਗ੍ਰੇਟਰ ਹਿਮਾਲਿਆ ਦਾ ਪਾਰਟ ਆ, ਠੀਕ ਆ। ਜਿਹੜੀ ਇਹ ਵਾਲੀ ਆ ਜਿਹੜੀ ਇਹ ਟਰਾਂਸ ਹਿਮਾਲਿਆ ਦਾ ਪਾਰਟ ਆ, ਠੀਕ ਆ। ਸੋ ਵੈਸੇ ਅਗਰ ਆਪਾਂ ਦੇਖੀਏ ਦੁਨੀਆ ਦੀ, ਅਗਰ ਆਪਾਂ ਪੁੱਛਿਆ ਦੁਨੀਆ ਦੀ ਇਹ ਸੈਕਿੰਡ ਹਾਈਐਸਟ ਵਰਲਡ ਆ। ਸੋ ਇਹਦੇ ਵਿੱਚ ਨਾ ਥੋੜਾ ਜਿਹਾ ਅਜੇ ਜਾਣੀ ਕਿ ਗੋਡਵਿਨ ਆਸਟਿਨ ਜਦੋਂ ਤੁਹਾਨੂੰ ਆਉਂਦਾ ਵਾ ਨਾ ਪੇਪਰ ਦੇ ਵਿੱਚ, ਗੋਡਵਿਨ ਆਸਟਿਨ ਨੂੰ ਕਈ ਵਾਰ ਵਿਵਾਦਿਤ ਹੋਇਆ ਹੋਊਗਾ, ਠੀਕ ਆ ਇਹ, ਕਿਉਂਕਿ ਇਹ ਫਿਲਹਾਲ ਇਹੀ ਚੱਲ ਰਿਹਾ ਕਿ ਭਾਰਤ ਦੇ ਵਿੱਚ ਨਹੀਂ ਗੀ, ਤਾਂ ਕਰਕੇ ਲੋਕ ਨਹੀਂ ਕਹਿੰਦੇ। ਬਟ ਵੈਸੇ ਜੇ ਆਪਾਂ ਦੇਖੀਏ ਤਾਂ ਹੈਗੀ ਇਹ ਜਿਹੜੀ ਗੋਡਵਿਨ ਆਸਟਿਨ K2 ਨਾ, ਇਹ ਭਾਰਤ ਦੀ ਹੋਈ ਆ। ਵੈਸੇ ਤੁਹਾਨੂੰ ਇਹ ਮੋਸਟ ਆਫ ਦੀ ਟਾਈਮ 90% ਤੁਹਾਨੂੰ ਇਹ ਪੇਪਰ ਦੇ ਵਿੱਚ ਦੋਨਾਂ ਚੋਂ ਇੱਕ ਆਪਸ਼ਨ ਮਿਲੂਗੀ। ਸੋ ਤੁਸੀਂ ਲਾ ਸਕਦੇ ਹੋ, ਚਾਹੇ ਤੁਸੀਂ ਕੰਚਨਜੰਗਾ ਮਿਲੂਗੀ, ਚਾਹੇ ਤੁਹਾਨੂੰ ਗੋਡਵਿਨ ਆਸਟਿਨ ਮਿਲੂਗੀ, ਠੀਕ ਆ। ਸੋ ਇਹਦੇ ਵਿੱਚ ਤੁਸੀਂ ਕਨਫਿਊਜ਼ ਹੋ। ਪਰ ਜੇਕਰ ਉਹਨੇ ਭਾਰਤ ਦੇ ਵਿੱਚ ਜਾਂ ਹਿਮਾਲਿਆ ਦੀ ਪੁੱਛ ਲਿਆ, ਠੀਕ ਆ, ਗ੍ਰੇਟਰ ਹਿਮਾਲਿਆ ਲਿਖ ਕੇ ਦਿੱਤਾ ਉਹਨਾਂ ਨੇ ਕਿ ਗ੍ਰੇਟਰ ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਕਿਹੜਾ, ਫਿਰ ਤੁਸੀਂ ਕੰਚਨਜੰਗਾ ਹੀ ਲਾਉਣੀ ਆ, ਕਿਉਂਕਿ ਇਹ ਟਰਾਂਸ ਹਿਮਾਲਿਆ ਦੀ ਚੋਟੀ ਆ, ਠੀਕ ਆ। ਸੋ ਇਹਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾਗਾ, ਠੀਕ ਆ। ਬਾਕੀ ਤੁਸੀਂ ਪ੍ਰੀਵੀਅਸ ਈਅਰ ਪੇਪਰ ਦੇ ਵਿੱਚ ਦੇਖੋਗੇ, ਉਹਦੇ ਵਿੱਚ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਕਲੀਅਰ ਹੋ ਜਾਏਗਾ। ਮੈਂ ਵੀ 2-4 ਪੇਪਰ ਵੈਰੀਫਾਈ ਕਰੂੰਗਾ ਕਿ ਜਿਹੜੇ ਪੁਰਾਣੇ ਪੇਪਰਾਂ ਦੇ ਵਿੱਚ ਜਿਹੜੇ ਕੁਐਸਚਨ ਆਏ ਹੋਏ ਨੇ ਇਹਨਾਂ 'ਚ ਦੋਨਾਂ ਦੇ ਵਿੱਚੋਂ ਜਿਹੜੇ ਮੰਨ ਲਓ ਪੰਜਾਬ ਦੇ ਜਾਂ ਜਿੰਨੇ ਵੀ ਪੇਪਰ ਹੋਏ ਨੇ, ਠੀਕ ਆ, ਉਹਦੇ ਵਿੱਚ ਮੈਂ ਦੇਖ ਕੇ ਅਫੀਸ਼ੀਅਲ ਆਨਸਰ ਕੀ ਨਾਲ ਦੇਖਾਂਗੇ ਕਿ ਮੈਚ ਕਰਦਾ ਕਿ ਨਹੀਂ, ਠੀਕ ਆ। ਸੋ ਇਹ ਹੋ ਗਿਆ, ਹੁਣ ਤੁਹਾਨੂੰ ਇਹ ਪਤਾ ਲੱਗਾ ਇਹ ਸੈਕਿੰਡ ਹਾਈਐਸਟ ਆ ਵਰਲਡ ਦੀ। ਹੁਣ ਆਪਾਂ ਪੜ੍ਹਦੇ ਹਾਂ ਜੀ ਕੰਚਨਜੁੰਗਾ ਬਾਰੇ। ਜਿਹੜੀ ਕੰਚਨਜੁੰਗਾ ਨਾ ਭਾਰਤ ਦੇ ਵਿੱਚ, ਇਹਦੇ ਮਾਮਲੇ ਦੇ ਵਿੱਚ 1% ਵੀ ਵਿਵਾਦ ਨਹੀਂਗਾ, ਠੀਕ ਆ। ਸੋ ਉੱਤੇ ਵਾਲੇ ਆਨਸਰ ਨੂੰ ਥੋੜਾ ਜਿਹਾ ਵਿਵਾਦਿਤ ਆਪਾਂ ਕਹਿ ਸਕਦੇ ਹਾਂ ਕਿ ਥੋੜਾ ਜਿਹਾ ਵਿਵਾਦਿਤ ਆਨਸਰ ਹੋ ਸਕਦਾ, ਪਰ ਇਹਦੇ ਮਾਮਲੇ ਦੇ ਵਿੱਚ ਬਿਲਕੁਲ ਵੀ ਨਹੀਂਗਾ। ਜੇਕਰ ਆਪਾਂ ਗੱਲ ਕਰੀਏ ਇਹਦੀ 8586 ਮੀਟਰ ਇਹਦੀ ਹਾਈਟ ਆ, ਠੀਕ ਆ, ਉਹਦੇ ਨਾਲ ਥੋੜੀ ਘੱਟ ਆ। ਅਗਰ ਆਪਾਂ ਇਹ ਹੈਗੀ ਆ 8611, ਇਹ ਹੈਗੀ ਆ 8586। ਇਹ ਤੀਜੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਆ। ਪਹਿਲੀ ਦੱਸੋ ਜੀ, ਪਹਿਲੀ ਮਾਊਂਟ ਐਵਰੈਸਟ ਆ, ਠੀਕ ਆ ਜੀ। ਮਾਊਂਟ ਐਵਰੈਸਟ ਸਭ ਤੋਂ ਉੱਚੀ ਚੋਟੀ ਆ ਦੁਨੀਆ ਦੀ, ਠੀਕ ਆ। ਸੋ ਨੈਕਸਟ ਦੇਖਦੇ ਹਾਂ ਜੀ ਹੁਣ ਆਪਾਂ ਇਹਦੇ ਵਿੱਚ ਇਹ ਕਿੱਥੇ ਸਥਿਤ ਆ। ਪਹਿਲਾਂ ਤਾਂ ਪੇਪਰ ਦੇ ਵਿੱਚ ਇਹ ਵੀ ਕੁਐਸਚਨ ਆਉਂਦਾ ਹੁੰਦਾ ਕਿ ਸਿੱਕਮ ਅਤੇ ਨੇਪਾਲ ਵਿੱਚ ਸਥਿਤ ਆ ਇਹ, ਪਹਿਲੀ ਗੱਲ ਤਾਂ, ਠੀਕ ਆ। ਸੋ ਹਾਈਐਸਟ ਮਾਊਂਟਨ ਪੀਕ ਆਫ ਹਿਮਾਲਿਅਨ ਮਾਊਂਟੇਨ, ਠੀਕ ਆ ਜੀ, ਹਿਮਾਲਿਅਨ ਮਾਊਂਟੇਨ ਦੀ ਭਾਰਤ ਦੇ ਵਿੱਚ। ਸੋ ਇਹ ਭਾਰਤ ਦੇ ਅੰਦਰ ਆ, ਠੀਕ ਆ ਜੀ। ਸੋ ਭਾਰਤ ਦੇ ਅੰਡਰ ਆਉਂਦੀ ਆ। ਸੋ ਇਨ ਇੰਡੀਆ and the third highest peak of the world. It is situated in the greater Himalaya part of the Kanchenjungas. ਸੋ ਕੰਚਨਜੁੰਗਾ ਨੂੰ ਇੱਕ ਨਾਮ ਦੇ ਨਾਲ ਹੋਰ ਵੀ ਬੁਲਾਇਆ ਜਾਂਦਾ ਦਾ 5 ਟ੍ਰੈਜ਼ਰਸ ਆਫ ਸਨੋ, ਠੀਕ ਆ। ਪੇਪਰ 'ਚ ਇਹ ਵੀ ਕੁਐਸਚਨ ਆ ਸਕਦਾ ਵਾ। ਸੋ ਠੀਕ ਆ। ਸੋ ਦੋਨਾਂ ਦੇ ਵਿੱਚੋਂ ਤੁਹਾਨੂੰ ਇੱਕ ਆਪਸ਼ਨ ਮਿਲੂਗੀ, ਜ਼ਿਆਦਾਤਰ ਮੋਸਟ ਆਫ ਦੀ ਟਾਈਮ ਤੁਹਾਨੂੰ ਕੰਚਨਜੁੰਗਾ ਹੀ ਮਿਲੇਗੀ, ਠੀਕ ਆ। ਗੋਡਵਿਨ ਆਸਟਿਨ ਤੁਹਾਨੂੰ ਜੇਕਰ ਵਿਵਾਦਿਤ ਮੰਨ ਲਓ ਕਾਪੀ ਪੇਸਟ ਕਰਕੇ ਸਿੱਟਿਆ ਹੋਇਆ ਕੁਐਸਚਨ, ਫਿਰ ਤੁਹਾਨੂੰ ਗੋਡਵਿਨ ਆਸਟਿਨ ਵੀ ਮਿਲ ਸਕਦੀ ਆ, ਠੀਕ ਆ। ਅਗਰ ਤੁਹਾਨੂੰ ਜ਼ਿਆਦਾਤਰ ਕੰਚਨਜੁੰਗਾ ਹੀ ਪੇਪਰ ਦੇ ਵਿੱਚ ਦੇਖਣ ਨੂੰ ਮਿਲੇਗੀ, ਕਿਉਂਕਿ ਮੈਂ ਅਜੇ ਤੱਕ ਜਿੰਨੇ ਵੀ MCQ ਦੇਖੇ ਨੇ ਉਹਦੇ ਜ਼ਿਆਦਾਤਰ ਕੰਚਨਜੁੰਗਾ ਹੀ ਦੇਖਣ ਨੂੰ ਮੈਨੂੰ ਮਿਲੀ ਆ, ਠੀਕ ਆ। ਸੋ ਕੰਚਨਜੁੰਗਾ ਹੀ ਅਗਰ ਆਪਾਂ ਦੇਖੀਏ ਜਿਹੜੀ ਭਾਰਤ ਦੇ ਵਿੱਚ ਸਿਚੁਏਟਡ ਆ, ਠੀਕ ਆ, ਪੂਰੀ ਤਰ੍ਹਾਂ ਭਾਰਤ ਇੰਡੀਅਨ ਗਵਰਨਮੈਂਟ ਦੇ ਅੰਡਰ ਆਉਂਦੀ ਆ, ਠੀਕ ਆ ਜੀ। ਨੈਕਸਟ ਕਰਦੇ ਹਾਂ। ਹਾਂਜੀ, ਨੰਦਾ ਦੇਵੀ ਇਸ ਹਿਸਾਬ ਦੇ ਨਾਲ ਜੇ ਕੰਚਨਜੰਗਾ ਪਹਿਲੀ ਹੋਈ ਤਾਂ ਨੰਦਾ ਦੇਵੀ ਦੂਜੀ ਹਾਈਐਸਟ ਮਾਊਂਟਨ ਪੀਕ ਆ ਜਿਹੜੀ ਭਾਰਤ ਦੇ ਵਿੱਚ ਆ, ਠੀਕ ਆ ਜੀ। ਜਿਹੜੀ ਪੂਰੀ ਤਰ੍ਹਾਂ ਇੰਟਾਇਰਲੀ ਇਨ ਇੰਡੀਆ, ਯਾਨੀ ਕਿ ਜੋ ਕਿ ਪੂਰੇ ਭਾਰਤ ਦੇ ਵਿੱਚ, ਭਾਰਤ ਸਾਰੀ ਦੀ ਸਾਰੀ ਚੋਟੀ ਇਹ ਭਾਰਤ ਦੇ ਵਿੱਚ ਆ, ਠੀਕ ਆ। ਅਦਰਵਾਈਜ਼ ਇਹ ਸੈਕਿੰਡ ਹਾਈਐਸਟ ਆ। ਨੈਕਸਟ ਕਰਦੇ ਹਾਂ ਜੀ। ਹਾਈਐਸਟ ਗੇਟਵੇ ਦੱਸੋ ਜੀ। ਬੁਲੰਦ ਦਰਵਾਜ਼ਾ ਫਤਿਹਪੁਰ ਸਿਕਰੀ, ਠੀਕ ਆ ਜੀ। ਬੁਲੰਦ ਦਰਵਾਜ਼ਾ ਫਤਿਹਪੁਰ ਸਿਕਰੀ ਯੂਪੀ 'ਚ ਸਥਿਤ ਆ ਇਹ ਵੀ ਪੇਪਰ 'ਚ ਕੁਐਸਚਨ ਹੁੰਦਾ। ਟਾਲੈਸਟ ਟੀਵੀ ਟਾਵਰ ਦੱਸੋ ਜੀ ਕਿਹੜਾ। ਇਹ ਹੈਗਾ ਰਾਮੇਸ਼ਵਰ ਟੀਵੀ ਟਾਵਰ, ਤਾਮਿਲਨਾਡੂ ਜੀ, ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾ। ਟਾਲੈਸਟ ਸਟੈਚੂ ਕਿਹੜਾ ਵਾ ਜੀ। ਸਟੈਚੂ ਆਫ ਯੂਨਿਟੀ ਗੁਜਰਾਤ। ਇਹਨੂੰ ਤੁਸੀਂ ਕਰ ਲੈਣਾ ਮੋਸਟ ਇੰਪੋਰਟੈਂਟ ਬਣਦਾ ਵਾ, ਮੋਸਟ ਇੰਪੋਰਟੈਂਟ, ਠੀਕ ਆ। ਸਟੈਚੂ ਆਫ ਯੂਨਿਟੀ ਗੁਜਰਾਤ ਦਾ ਟਾਲੈਸਟ ਸਟੈਚੂ ਆ। ਅਗਰ ਆਪਾਂ ਗੱਲ ਕਰੀਏ ਤਾਂ ਇਹ ਦੁਨੀਆ ਦਾ ਵੀ, ਇਹ ਵਰਲਡ ਦਾ ਵੀ ਟਾਲੈਸਟ ਸਟੈਚੂ ਆ, ਠੀਕ ਆ। ਇੰਡੀਆ ਦਾ ਤਾਂ ਹੋਣਾ ਹੀ ਹੋਣਾ ਵਾ, ਠੀਕ ਆ। ਦੁਨੀਆ ਦਾ ਵੀ ਸਭ ਤੋਂ ਟਾਲੈਸਟ ਉੱਚੀ ਮੂਰਤੀ ਹੈ, ਸਟੈਚੂ ਆ, ਠੀਕ ਆ ਜੀ। ਨੈਕਸਟ ਕਰਦੇ ਹਾਂ ਆਪਾਂ।
ਦ ਡੀਪੈਸਟ ਰਿਵਰ ਵੈਲੀ, ਸਭ ਤੋਂ ਡੂੰਘੀ ਨਦੀ ਦੀ ਘਾਟੀ ਕਿਹੜੀ ਹੈ ਜੀ? ਭਾਗੀਰਥੀ ਅਤੇ ਅਲਕਨੰਦਾ। ਇੰਪੋਰਟੈਂਟ ਬਣਦਾ ਜੀ। ਬਿਗੇਸਟ ਸਟੇਡੀਅਮ ਕਿਹੜਾ ਜੀ? ਯੁਵਾ ਭਾਰਤੀ ਸਾਲਟ ਲੇਕ ਸਟੇਡੀਅਮ ਆਪਣਾ ਕਲਕੱਤਾ। ਬਿਗੇਸਟ ਚਰਚ ਕਿਹੜੀ ਆ ਜੀ? ਬਿਗੇਸਟ ਚਰਚ ਹੈਗਾ ਚਰਚ ਸੈਂਟ ਕੈਥੇਡਰਲ, ਠੀਕ ਹੈ ਜੀ। ਨੈਕਸਟ ਆ ਗਈ ਐਟ ਗੋਆ ਦੇ ਵਿੱਚ ਸਥਿਤ ਹੈ। ਨੈਕਸਟ ਕਰਦੇ ਹਾਂ ਜੀ। ਤਾਂ ਮੋਸਟ ਪੋਪੂਲਸ ਸਿਟੀ ਮਤਲਬ ਸਭ ਤੋਂ ਆਬਾਦੀ ਵਾਲਾ ਸ਼ਹਿਰ ਕਿਹੜਾ ਵਾ? ਠੀਕ ਆ ਭਾਰਤ ਦੇ ਵਿੱਚ। ਸੋ ਇਹ ਹੈਗਾ ਮਹਾਰਾਸ਼ਟਰ, ਮੁੰਬਈ। ਦਾ ਓਲਡੈਸਟ ਚਰਚ, ਸਭ ਤੋਂ ਪੁਰਾਣੀ ਚਰਚ ਪੁੱਛ ਲਈ ਹੋਣਾ, ਪਾਲਯੂਰ ਤ੍ਰਿਚੂਰ ਦੇ ਵਿੱਚ ਸਥਿਤ ਆ ਜੀ, ਠੀਕ ਆ ਇਹ। ਸੋ ਸੈਂਟ ਥੋਮਸ ਚਰਚ। ਨੈਕਸਟ ਕਰਦੇ ਹਾਂ। ਦਾ ਲਾਰਜੈਸਟ ਗਲੈਂਟਰੀ ਅਵਾਰਡ, ਲਾਰਜੈਸਟ ਗਲੈਂਟਰੀ ਅਵਾਰਡ ਕਿਹੜਾ ਵਾ ਜੀ? ਲਾਰਜੈਸਟ ਮਤਲਬ ਬਹਾਦਰੀ ਵਾਲਾ, ਸਰਵਉੱਚ ਬਹਾਦਰੀ ਪੁਰਸਕਾਰ ਹੈਗਾ ਜੀ ਪਰਮਵੀਰ ਚੱਕਰ। ਜਿਹੜੇ ਇਹ ਹਾਈਐਸਟ ਸਿਵਿਲੀਅਨ ਅਵਾਰਡ, ਸਭ ਤੋਂ ਵੱਡਾ ਜਿਹੜਾ ਪੁਰਸਕਾਰ ਸਿਵਿਲੀਅਨ ਨੂੰ ਦਿੱਤਾ ਜਾਂਦਾ ਉਹ ਕਿਹੜਾ ਵਾ? ਭਾਰਤ ਰਤਨ। ਇਹਨਾਂ ਸਾਰਿਆਂ ਬਾਰੇ ਆਪਾਂ ਡਿਟੇਲ ਦੇ ਵਿੱਚ ਵੀ ਅਲੱਗ ਦੇ ਵਿੱਚ ਟੌਪਿਕ ਕਰਾਂਗੇ, ਠੀਕ ਆ, ਕਿਉਂਕਿ ਇਹਦੇ ਵਿੱਚੋਂ ਕੁਐਸਚਨ ਸਟੈਟਿਕ ਜੀਕੇ ਜੋ ਬਹੁਤ ਪੁੱਛੇ ਜਾਂਦੇ ਨੇ ਤੇ ਇਹਦੇ ਵਿੱਚੋਂ ਕਰੰਟ ਜੋ ਵੀ ਕੁਐਸਚਨ ਆਉਂਦੇ ਆ। ਸੋ ਇਹ ਆਪਾਂ ਪੂਰੀ ਡਿਟੇਲ ਦੇ ਵਿੱਚ ਟੌਪਿਕ 'ਚ ਕਰਾਂਗੇ, ਠੀਕ ਆ, ਇੱਕ ਟੌਪਿਕ ਦੇ ਵਿੱਚ ਜਿਹੜੇ ਅਵਾਰਡ ਐਂਡ ਆਨਰ ਦੇ ਵਿੱਚ। ਦਾ ਸਟੇਟ ਵਿਦ ਲੌਂਗੈਸਟ ਕੋਸਟ ਲਾਈਨ, ਸਭ ਤੋਂ ਜਾਂਦੀ ਹੈ ਮਤਲਬ ਲੰਬਾ ਤਟਵਰਡੀ ਕਿਹੜਾ ਵਾ? ਗੁਜਰਾਤ। ਇਹ ਪੇਪਰ 'ਚ ਬਹੁਤ ਵਾਰ ਰਿਪੀਟ ਹੋਇਆ। ਲੌਂਗੈਸਟ ਕੋਸਟ ਲਾਈਨ ਦੱਸੋ ਜੀ ਕਿਹੜੀ ਆ? ਗੁਜਰਾਤ। ਲਓ ਜੀ, ਹੁਣ ਇੰਡੀਆ ਦੇ ਹੋ ਗਿਆ, ਕੋਈ ਜ਼ਿਆਦਾ ਬਹੁਤੇ ਹੈ ਨਹੀਂ ਸੀ, ਤੁਸੀਂ ਇਹ ਵਾਲੇ ਯਾਦ ਕਰ ਲਓ। ਸੋ ਇਹਦੇ ਵਿੱਚੋਂ ਹੀ ਕੁਐਸਚਨ ਆਉਣਗੇ ਜਿਹੜੀ ਵੀ ਆਉਣਗੇ, ਠੀਕ ਆ। ਸੋ ਨੈਕਸਟ ਆਪਾਂ ਕਰਦੇ ਹਾਂ। ਹੁਣ ਆਪਾਂ ਵਰਲਡ ਦੇ ਕਰਨ ਲੱਗੇ ਹਾਂ ਸੁਪਰਲੇਟਿਵ। ਹੁਣ ਇਹਦੇ ਵਿੱਚ ਅਗਰ ਮੈਂ ਨਾ ਬੋਲਿਆ ਕਿਸੇ ਦੇ ਵਿੱਚ ਕਿ ਇੰਡੀਆ ਜਾਂ ਵਰਲਡ ਮੈਂ ਨਾ ਬੋਲਿਆ ਤਾਂ ਤੁਸੀਂ ਸਮਝ ਜਾਣਾ ਕਿ ਵਰਲਡ ਹੀ ਆ। ਜੇ ਲਿਖਿਆ ਵੀ ਹੋਇਆ ਨਾ ਤਾਂ ਕੰਟਰੀ ਲਿਖਿਆ ਹੋਇਆ ਇਨ ਏਰੀਆ ਵਾਈਜ਼ ਲਾਰਜੈਸਟ, ਤਾਂ ਇਹ ਵਰਲਡ ਦੀ ਗੱਲ ਹੋ ਰਹੀ ਆ। ਹੁਣ ਇੰਡੀਆ ਦੀ ਗੱਲ ਨਹੀਂ ਹੋ ਗਈ। ਇੰਡੀਆ ਦਾ ਮੈਂ ਅਲੱਗ ਹੀ ਤੁਹਾਨੂੰ ਉੱਪਰ ਦੱਸਦਾ ਹੋਇਆ, ਠੀਕ ਆ। ਸੋ ਇਹਦੇ ਵਿੱਚ ਵੀ ਆਪਾਂ ਸੇਮ ਟੂ ਸੇਮ ਇਹੀ ਜੋ ਇੰਡੀਆ ਦੇ ਦੇਖੇ ਸੀ ਉਹ ਹੁਣ ਆਪਾਂ ਕਰਾਂਗੇ ਵਰਲਡ ਦੇ। ਹੁਣ ਜੀ ਸਭ ਤੋਂ ਪਹਿਲਾਂ ਕੰਟਰੀ ਲਾਰਜੈਸਟ ਦੱਸੋ ਜੀ ਏਰੀਆ ਵਾਈਜ਼ ਕੰਟਰੀ ਕਿਹੜੀ ਆ? ਏਰੀਆ ਵਾਈਜ਼ ਅਗਰ ਆਪਾਂ ਗੱਲ ਕਰੀਏ ਤਾਂ ਰਸ਼ੀਆ ਸਭ ਤੋਂ ਲਾਰਜੈਸਟ ਕੰਟਰੀ ਆ, ਠੀਕ ਆ ਜੀ। ਸਭ ਤੋਂ ਵੱਡਾ ਦੇਸ਼ ਕਿਹੜਾ ਵਾ? ਏਰੀਆ ਵਾਈਜ਼ ਰੂਸ ਆ, ਰਸ਼ੀਆ। ਤੇ ਲਾਰਜੈਸਟ ਇਨ ਪੋਪੂਲੇਸ਼ਨ ਵਾਈਜ਼ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਚਾਈਨਾ ਵਾ, ਜਿਹੜਾ ਚਾਈਨਾ ਜਨਸੰਖਿਆ ਵਾਈਜ਼ 1 ਨੰਬਰ ਤੇ ਆ। ਸੋ ਤੁਹਾਡੇ ਲਈ ਹੁਣ ਇੱਕ ਕੁਐਸਚਨ ਆ ਮੇਰਾ ਕਿ ਜਿਹੜਾ ਭਾਰਤ ਵਾ, ਭਾਰਤ ਪੋਪੂਲੇਸ਼ਨ ਵਾਈਜ਼ ਕਿੰਨਵੇਂ ਨੰਬਰ ਤੇ ਆ ਦੁਨੀਆ ਤੇ, ਠੀਕ ਆ। ਸੋ ਤੁਸੀਂ ਇਹਦਾ ਕਮੈਂਟ ਬਾਕਸ 'ਚ ਆਨਸਰ ਦੇਣਾ, ਮੈਂ ਸਰਚ ਕਰਕੇ। ਸੋ ਨੈਕਸਟ ਆ ਗਏ ਕੰਟੀਨੈਂਟ। ਅਗਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਕਿਹੜੇ ਨੇ? ਦਾ ਸਮਾਲੈਸਟ, ਹੁਣ ਛੋਟੇ ਪਹਿਲਾਂ ਆਪਾਂ ਵੱਡਾ ਕਰਦੇ ਹਾਂ। ਲਾਰਜੈਸਟ ਹੈਗਾ ਏਸ਼ੀਆ ਕੰਟੀਨੈਂਟ ਆ ਜਿਹੜਾ ਉਹ ਲਾਰਜੈਸਟ ਆ ਆਪਣਾ। ਤੇ ਸਭ ਤੋਂ ਛੋਟਾ ਪੁੱਛਣਗੇ ਤਾਂ ਆਸਟ੍ਰੇਲੀਆ। ਇਹ ਪੇਪਰ ਦੇ ਵਿੱਚ ਕੁਐਸਚਨ ਬਣਦੇ ਨੇ, ਸੋ ਇੰਪੋਰਟੈਂਟ ਨੇ। ਵਰਲਡ ਦੇ ਵੀ ਮੈਂ ਤੁਹਾਨੂੰ ਦੱਸਤਾ, ਆ ਵੀ ਤੁਹਾਨੂੰ ਯਾਦ ਕਰਨਾ ਪੈਣਾ ਤੇ ਆ ਕੰਟੀਨੈਂਟ ਵੀ ਯਾਦ ਕਰਨਾ ਪੈਣਾ, ਇੰਪੋਰਟੈਂਟ ਬਣਦੇ ਨੇ, ਪੇਪਰ 'ਚ ਰਿਪੀਟ ਹੁੰਦੇ ਨੇ ਇਹ। ਮਾਊਂਟੇਨ ਰੇਂਜ, ਹੁਣ ਆ ਗਈ ਜੀ ਮਾਊਂਟੇਨ ਰੇਂਜ ਦੀ ਆਪਣਾ ਹਾਈਐਸਟ ਮਾਊਂਟੇਨ ਰੇਂਜ ਦੀ ਗੱਲ ਹੋਈ ਆ, ਠੀਕ ਆ। ਪੀਕ ਦੀ ਨਹੀਂ ਗੱਲ ਹੋਗੀ, ਰੇਂਜ ਦੀ। ਸੋ ਰੇਂਜ ਦੀ ਆਪਾਂ ਗੱਲ ਕਰੀਏ, ਹਾਈਐਸਟ ਮਾਊਂਟੇਨ ਰੇਂਜ ਹੈਗੀ ਆ ਜੀ ਆਪਣੀ ਹਿਮਾਲਿਆ, ਠੀਕ ਆ ਜੀ। ਸੋ ਲੌਂਗੈਸਟ ਕਿਹੜੀ ਆ? ਐਂਡਸ ਆਪਣਾ ਸਾਊਥ ਅਫਰੀਕਾ ਦੇ ਵਿੱਚ ਸਥਿਤ ਆ, ਠੀਕ ਆ ਜੀ। ਨੈਕਸਟ ਮਾਊਂਟੇਨ ਪੀਕ ਆ ਗਿਆ ਨਾ, ਉਹੀ ਕੁਐਸਚਨ। ਮਾਊਂਟੇਨ ਪੀਕ ਦੀ ਆਪਾਂ ਗੱਲ ਕਰੀਏ ਤਾਂ ਇਹ ਸਭ ਤੋਂ ਉੱਚੀ ਪਹਾੜੀ ਚੋਟੀ ਦੁਨੀਆ ਦੀ ਹੈਗੀ ਆ ਮਾਊਂਟ ਐਵਰੈਸਟ। ਸੋ ਪੇਪਰ ਦੇ ਵਿੱਚ ਕਨਫਿਊਜ਼ ਨਹੀਂ ਹੋਣਾਗਾ, ਠੀਕ ਆ। ਕਈ ਵਾਰ ਉਹ ਪੇਪਰ ਦੇ ਵਿੱਚ ਤੁਹਾਨੂੰ ਇਹ ਪੁੱਛਣਗੇ ਕਿ ਕਿੱਥੇ ਸਥਿਤ ਆ? ਇਹ ਨੇਪਾਲ ਦੇ ਵਿੱਚ ਸਥਿਤ ਆ, ਠੀਕ ਆ ਜੀ। 8848 ਮੀਟਰ ਦੀ ਹਾਈਟ ਆ। ਡਿਜ਼ਰਟ ਲਾਰਜੈਸਟ ਮਤਲਬ ਹੌਟ ਡਿਜ਼ਰਟ ਕਿਹੜਾ ਵਾ? ਸਹਾਰਾ ਅਫਰੀਕਾ। ਪੇਪਰ 'ਚ ਰਿਪੀਟ ਹੁੰਦਾ ਇਹ ਕੁਐਸਚਨ ਜੀ। ਲਾਰਜੈਸਟ ਕੋਲਡ ਡਿਜ਼ਰਟ ਕਿਹੜਾ ਜੀ? ਗੋਬੀ ਆਪਣਾ ਮੰਗੋਲੀਆ। ਸੋ ਇਹ ਵੀ ਇੰਪੋਰਟੈਂਟ ਬਣਦਾ ਵਾ। ਸੋ ਇਹ ਵੀ ਤੁਹਾਨੂੰ ਕਰਨੇ ਹੀ ਪੈਣੇ ਨੇ। ਰਿਵਰ, ਹਾਂ ਰਿਵਰ ਵੀ ਤੁਹਾਨੂੰ ਦੁਨੀਆ ਦੀ ਤਾਂ ਕਰਨੀ ਪੈਣੀ ਆ, ਠੀਕ ਆ ਜੀ। ਲੌਂਗੈਸਟ ਆ ਗਈ ਨੀਲ, ਠੀਕ ਹੈ। 6690 ਕਿਲੋਮੀਟਰ ਆ। ਬਿਜ਼ੀਐਸਟ ਕਿਹੜੀ ਆ? ਰਹੇ ਨੇ। ਸੋ ਬਿਜ਼ੀਐਸਟ ਭਾਵੇਂ ਰਹਿਣ ਦਿਓ ਪਰ ਲੌਂਗੈਸਟ ਜ਼ਰੂਰ ਕਰ ਲਿਓ। ਸੋ ਲਾਰਜੈਸਟ ਵਾਏ ਵਾਟਰ ਵੋਲੀਅਮ, ਸਭ ਤੋਂ ਜ਼ਿਆਦਾ ਵਾਟਰ ਵੋਲੀਅਮ ਇੰਪੋਰਟੈਂਟ ਬਣਦਾ ਇਹ ਵੀ, ਠੀਕ ਆ ਜੀ। ਜੇ ਐਮਾਜ਼ੋਨ ਦੀ ਝੀਲ ਆ ਸਾਊਥ ਅਫਰੀਕਾ 'ਚ ਸਥਿਤ ਆ। ਬਾਏ ਵੋਲੀਅਮ, ਠੀਕ ਆ, ਪਾਣੀ ਦੀ ਮਾਤਰਾ ਦੇ ਹਿਸਾਬ ਨਾਲ ਲਾਰਜੈਸਟ ਕਿਹੜੀ ਆ? ਆਪਣੀ ਐਮਾਜ਼ੋਨ। ਇਹ ਵੀ ਕਰ ਲਿਓ, ਠੀਕ ਆ ਜੀ। ਜਾਰਜ, ਨੈਕਸਟ ਹੈਗਾ ਜਾਰਜ। ਲਾਰਜੈਸਟ ਆਪਣਾ ਹੈਗਾ ਜੀ ਇਹ ਗ੍ਰੈਂਡ ਕੈਨਨ। ਸੋ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾ ਜੀ। ਡੈਲਟਾ, ਸਭ ਤੋਂ ਲਾਰਜੈਸਟ ਡੈਲਟਾ ਸੁੰਦਰਬਨ ਡੈਲਟਾ, ਠੀਕ ਹੈ ਜੀ। ਬੇਸਿਨ ਲਾਰਜੈਸਟ, ਠੀਕ ਹੈ ਜੀ। ਬੇਸਿਨ ਦਾ ਸਭ ਤੋਂ ਵੱਡਾ ਆਪਣਾ ਐਮਾਜ਼ਨ ਹੋ ਗਿਆ। ਸੋ ਇਹ ਵੀ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ। ਵਾਟਰਫਾਲ ਹਾਈਐਸਟ ਸਾਲਟੋ ਐਂਜਲ ਫਾਲਸ, ਠੀਕ ਹੈ ਜੀ। ਇਹ ਵੀ ਹੋ ਗਿਆ ਆਪਣਾ। ਗਲਫ ਲੌਂਗੈਸਟ, ਠੀਕ ਹੈ। ਗਲਫ ਆਫ ਮੈਕਸੀਕੋ, ਮਤਲਬ ਕਿ ਸਭ ਤੋਂ ਲੰਬੀ ਖਾੜੀ ਕਿਹੜੀ ਆ? ਮੈਕਸੀਕੋ ਦੀ ਖਾੜੀ। ਇੰਪੋਰਟੈਂਟ ਬਣਦਾ ਵਾ, ਪੇਪਰ 'ਚ ਇਹ ਰਿਪੀਟ ਹੁੰਦਾ, ਠੀਕ ਆ ਜੀ। ਆਈਲੈਂਡ, ਜਿਹੜਾ ਸਭ ਤੋਂ ਲਾਰਜੈਸਟ ਆਈਲੈਂਡ ਦੱਸੋ ਜੀ? ਇਹ ਗ੍ਰੀਨਲੈਂਡ ਆਈਲੈਂਡ ਆ, ਠੀਕ ਆ ਜੀ। ਸੋ ਇਹਦਾ ਨਾਮ ਹੁਣ ਅਗਰ ਆਪਾਂ ਗੱਲ ਕਰੀਏ ਤਾਂ ਰੀਨੇਮ ਕੀਤਾ ਵਾ। ਇਹਦਾ ਰੀਨੇਮ ਨਾਮ ਕੀ ਕੀਤਾ? ਕਲਾਲਿਤ ਨੂਨਾਤ, ਠੀਕ ਆ ਜੀ। ਸੋ ਇਹ ਨਵਾਂ ਨਾਮ ਕੀਤਾ। ਸੋ ਦੋਨਾਂ 'ਚੋਂ ਕੋਈ ਵੀ ਆ ਸਕਦਾ ਤੁਹਾਨੂੰ। ਬੇਸ, ਠੀਕ ਆ। ਬੇ ਵਿੱਚ ਸਭ ਤੋਂ ਵੱਡੀ ਖਾੜੀ ਕਿਹੜੀ ਆ ਜੀ? ਹਡਸਨ ਬੇ, ਕੈਨੇਡਾ ਦੇ ਵਿੱਚ ਆ। ਨੈਕਸਟ ਕਰਦੇ ਹਾਂ। ਸੋ ਜਿਹੜੇ ਇੰਪੋਰਟੈਂਟ ਬਣਦੇ ਨੇ, ਜਿਹੜੇ ਮੈਂ ਤੁਹਾਨੂੰ ਦੱਸਣੇ ਕਿ ਜ਼ਿਆਦਾ ਪੜ੍ਹੋ, ਉਹਦੇ ਨਾਲ ਮੈਂ ਸਟਾਰ ਮਾਰਕ ਲਾਏ ਹੋਇਆ, ਉਹ ਤੁਸੀਂ ਪਹਿਲੀ ਵਾਰੀ 'ਚ ਕਰਨੇ ਆ। ਉਸ ਤੋਂ ਬਾਅਦ ਜਦੋਂ ਤੁਹਾਨੂੰ ਉਹ ਯਾਦ ਹੋ ਜਾਵੇ, ਫਿਰ ਜਦੋਂ ਤੁਸੀਂ ਤੀਜੀ ਰੀਡਿੰਗ ਲਈ, ਦੂਜੀ ਰੀਡਿੰਗ ਲਈ ਜਾਂ ਚੌਥੀ ਰੀਡਿੰਗ ਲਈ, ਉਦੋਂ ਤੁਸੀਂ ਦੂਜਿਆਂ ਨੂੰ ਹੱਥ ਪਾਉਣਾ, ਠੀਕ ਆ ਜੀ। ਸੋ ਪ੍ਰਾਇਦੀਪ ਦਾ ਸਭ ਤੋਂ ਵੱਡਾ ਕਿਹੜਾ ਵਾ? ਅਰੇਬੀਆ ਵਾ, ਠੀਕ ਆ ਜੀ। ਸੋ ਆਪਣਾ ਨੈਕਸਟ ਆ ਗਿਆ ਜੀ। ਸੋ ਇਹ ਵੀ ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾ ਗਾ। ਸੋ ਸੀ ਆਈਲੈਂਡ ਲਾਰਜੈਸਟ ਕਿਹੜਾ ਵਾ ਜੀ? ਸਾਗਰ। ਸੋ ਇਹ ਬਣਦਾ, ਇਹ ਇੰਪੋਰਟੈਂਟ ਬਣਦਾ ਦਾ ਮੈਡੀਟੇਰੀਅਨ, ਠੀਕ ਆ ਜੀ। ਇਹ ਵੀ ਕਰ ਲੈਣਾ ਤੁਸੀਂ।
ਓਸ਼ੀਅਨ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਸਭ ਤੋਂ ਡੂੰਘਾ ਤੇ ਸਭ ਤੋਂ ਵੱਡਾ ਸਮੁੰਦਰ ਦੱਸੋ ਜੀ ਕਿਹੜਾ? ਦਾ ਪੈਸੀਫਿਕ, ਪ੍ਰਸ਼ਾਂਤ। ਸੋ ਇਹ ਇੰਪੋਰਟੈਂਟ ਬਣਦਾ ਵਾ, ਬਹੁਤ ਵਾਰ ਪੇਪਰ 'ਚ ਰਿਪੀਟ ਹੋਇਆ, ਠੀਕ ਆ। ਪੈਸੀਫਿਕ, ਪ੍ਰਸ਼ਾਂਤ ਮਹਾਸਾਗਰ। ਨੈਕਸਟ ਆ ਗਿਆ ਲੇਕ ਆ ਗਿਆ। ਲੇਕ ਦੱਸੋ ਜੀ, ਲੇਕ ਦੇ ਵਿੱਚ ਆਪਣਾ ਡੀਪੈਸਟ ਆ ਗਈ ਬੇਕਾਲ, ਬੇਕਾਲ ਲੇਕ ਆ ਗਈ, ਠੀਕ ਆ ਜੀ। ਨੈਕਸਟ ਹਾਈਐਸਟ ਆ ਗਈ ਜੀ ਸਾਡੇ ਕੋਲੇ, ਸਭ ਤੋਂ ਹਾਈਐਸਟ ਆ ਗਈ ਜੀ ਟੀਟੀਕਾਵਾ, ਠੀਕ ਆ ਜੀ, ਇਹ ਵੀ ਤੁਸੀਂ ਕਰ ਲੈਣੀ ਆ। ਨੈਕਸਟ ਆ ਗਿਆ ਲਾਰਜੈਸਟ ਫਰੈਸ਼ ਵਾਟਰ ਲੇਕ ਦੱਸੋ ਜੀ ਕਿਹੜੀ ਹੈ? ਦੁਨੀਆ ਦੀ ਗੱਲ ਹੋ ਰਹੀ ਹੈ ਜੀ। ਲੇਕ ਹੈਗੀ ਆ ਸੁਪੀਰੀਅਰ ਯੂਐਸ ਦੀ। ਲਾਰਜੈਸਟ ਆਰਟੀਫਿਸ਼ੀਅਲ ਕਿਹੜੀ ਆ ਜੀ? ਆਰਟੀਫਿਸ਼ੀਅਲ ਹੈਗੀ ਆ ਜੀ ਆਪਣੀ, 1 ਮਿੰਟ ਦੇਣਾ ਜੀ ਬਸ। ਲਾਰਜੈਸਟ ਆਰਟੀਫਿਸ਼ੀਅਲ ਆ ਗਈ ਜੀ ਸਾਡੀ ਲੇਕ ਕਰੀਬਾ, ਠੀਕ ਆ। ਕਰੀਬਾ ਇਹ ਹੈਗੀ ਆ ਜੀ ਜ਼ਿੰਬਾਬਵੇ ਦੇ ਵਿੱਚ ਆ, ਜ਼ੈਂਬੀਆ ਤੇ ਜ਼ਿੰਬਾਬਵੇ ਦੇ ਵਿਚਕਾਰ। ਸੀ ਪੋਰਟ ਦੀ ਅਗਰ ਆਪਾਂ ਗੱਲ ਕਰੀਏ, ਲਾਰਜੈਸਟ ਕਿਹੜਾ ਵਾ? ਸ਼ੰਘਾਈ, ਚਾਈਨਾ, ਠੀਕ ਆ। ਇੰਪੋਰਟੈਂਟ ਬਣਦਾ। ਵਰਲਡ ਦਾ ਰੇਨੀਅਸ ਸਪੌਟ ਕਿਹੜਾ ਜੀ? ਰੇਨੀਅਸ ਸਪੌਟ ਹੈਗਾ ਜੀ ਮਾਵ ਸਿੰਗਾਰ, ਠੀਕ ਆ ਜੀ, ਮੇਘਾਲਿਆ ਦੇ ਵਿੱਚ ਸਥਿਤ ਹੈ। ਨੈਕਸਟ ਏਅਰਪੋਰਟ ਦੱਸੋ ਜੀ ਲਾਰਜੈਸਟ ਕਿਹੜਾ ਵਾ? ਲਾਰਜੈਸਟ ਏਅਰਪੋਰਟ ਹੈਗਾ ਜੀ ਆਪਣਾ ਕਿੰਗ, ਇਹ ਦੁਨੀਆ ਦੀ ਗੱਲ ਹੋਇਆ, ਕਿੰਗ ਫਾਹਦ ਇੰਟਰਨੈਸ਼ਨਲ ਏਅਰਪੋਰਟ ਸਾਊਦੀ ਅਰੇਬੀਆ 'ਚ ਬਾਏ ਏਰੀਆ ਪੁੱਛਿਆ, ਠੀਕ ਆ ਜੀ। ਉਹਨਾਂ ਨੇ ਹੁਣ ਪੁੱਛਿਆ ਜੀ ਹਾਈਐਸਟ ਕਿਹੜਾ ਵਾ ਏਅਰਪੋਰਟ ਦੀ, ਉਹੀ ਗੱਲ ਹੋ ਰਹੀ ਆ। ਇਹ ਹੈਗੇ ਆ ਦਾਊਚਿੰਗ ਯਾਰਡਿੰਗ ਹਵਾਈ ਅੱਡਾ ਵਾ ਜਿਹੜਾ ਆਪਣਾ, ਠੀਕ ਆ, ਗਾਰਜੀ, ਤਿੱਬਤ, ਚਾਈਨਾ 'ਚ। ਏਅਰਲਾਈਨਰ ਲਾਰਜੈਸਟ ਕਿਹੜੀ ਆ ਜੀ? ਏਅਰਬਸ A380। ਨੈਕਸਟ ਕਰਦੇ ਹਾਂ ਡੈਮ। ਡੈਮ ਹੈਗਾ ਜੀ ਜ਼ਿਨੀਪਿੰਗ ਈ ਡੈਮ, ਚਾਈਨਾ ਦੇ ਵਿੱਚ ਆ। ਲੌਂਗੈਸਟ ਦੇ ਵਿੱਚ ਹੀਰਾਕੁੰਡ ਡੈਮ, ਉੜੀਸਾ, ਠੀਕ ਆ ਜੀ। ਸੋ ਇਹ ਤਾਂ ਪਤਾ ਹੀ ਆ ਆਪਾਂ ਨੂੰ ਸਾਰਿਆਂ ਨੂੰ। ਨੈਕਸਟ ਹੈਗਾ ਬਿਗੇਸਟ ਵਾਟਰ ਸਟੋਰੇਜ ਕਪੈਸਿਟੀ ਦੇ ਅੰਦਰ ਕਰੀਬਾ ਡੈਮ, ਜ਼ਿੰਬਾਬਵੇ। ਲਾਰਜੈਸਟ ਹੈਗਾ ਜੀ ਗ੍ਰੈਂਡ ਕੋਲ ਡੈਮ। ਸੋ ਇਹ ਜ਼ਿਆਦਾ ਪੇਪਰ ਦੇ ਵਿੱਚ ਇਹ ਰਿਪੀਟ ਨਹੀਂ ਹੋਣਗੇ। ਇਹ ਮੈਂ ਤੁਹਾਨੂੰ ਕਿਹਾ ਜਦੋਂ ਤੁਸੀਂ ਤੀਜੀ ਚੌਥੀ ਰੀਡਿੰਗ ਦੇ ਉੱਤੇ ਪਹੁੰਚ ਗਏ, ਜਦੋਂ ਤੁਹਾਨੂੰ ਮੈਂ ਜਿਹੜੇ ਮੇਨ ਇੰਪੋਰਟੈਂਟ ਕਹੇ ਨੇ, ਜਦੋਂ ਤੁਹਾਡੇ ਇਹ ਹੋ ਗਏ ਫਿਰ ਤੁਸੀਂ ਕਰ ਦੇਣੇ ਇਹ, ਠੀਕ ਆ ਜੀ। ਸੋ ਇਹ ਜ਼ਿਆਦਾ ਪੇਪਰ ਦੇ ਵਿੱਚ ਰਿਪੀਟ ਨਹੀਂ ਹੁੰਦੇਗੇ। ਦੇਖੋ ਜੀ ਆਹ ਹੈਗਾ ਕੈਨਲ, ਲੌਂਗੈਸਟ ਆ ਗਈ ਬੀਜ਼ਿੰਗ, ਠੀਕ ਆ ਜੀ। ਸੋ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਬਣਦੇਗੇ, ਠੀਕ ਆ। ਸੋ ਆਹ ਵਾਲੇ ਨੇ ਤੁਸੀਂ ਪੜ੍ਹ ਸਕਦੇ ਹੋ। ਪਹਿਲੀ ਵਾਰੀ ਦੇ ਵਿੱਚ ਤੁਹਾਨੂੰ ਯਾਦ ਕਰਨ ਦੀ ਜ਼ਰੂਰਤ ਨਹੀਂ। ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵਾ ਕਿ ਜਿਹੜਾ ਆ ਜਿੱਦਾਂ ਹੁਣ ਐਸਟਰੋਇਡ ਇੰਪੈਕਟ ਜ਼ੋਨ ਲਾਰਜੈਸਟ ਆਪਣਾ ਆਸਟ੍ਰੇਲੀਆ ਹੋ ਗਿਆ। ਸੋ ਇਹ ਸਾਰੇ ਤੁਸੀਂ ਬਾਅਦ 'ਚ ਕਰਦੇ ਆ, ਪਹਿਲਾਂ ਨਹੀਂ, ਜ਼ਿਆਦਾ ਇੰਪੋਰਟੈਂਟ ਨਹੀਂ ਬਣਦੇ, ਠੀਕ ਆ। ਹੁਣ ਮੈਂ PDF ਤਿਆਰ ਕਰ ਰਿਹਾ ਸੀ, ਉਹਦੇ ਵਿੱਚ ਮੈਨੂੰ ਇੱਦਾਂ ਸੀਗੇ ਨਾਲ ਐਡ ਸਾਰਾ ਕੁਝ ਕੀਤਾ ਹੋਵੇ, ਕੱਲ੍ਹ ਨੂੰ ਤੁਹਾਨੂੰ ਕੋਈ ਜ਼ਰੂਰਤ ਪਵੇ, ਠੀਕ ਆ ਜੀ। ਸੋ ਉਹਦੇ ਅਕੋਰਡਿੰਗ ਤੁਸੀਂ ਯਾਦ ਕਰ ਸਕਦੇ ਹੋ, ਠੀਕ ਆ। ਨੇਸ਼ਨ ਵਿਦ ਬਾਉਂਡਰੀ ਲੌਂਗੈਸਟ ਬਾਉਂਡਰੀ ਕੈਨੇਡਾ ਵਾ, ਠੀਕ ਆ ਜੀ। ਅਗਰ ਐਨੀਮਲ ਦੀ ਗੱਲ ਕਰੀਏ, ਇਹ ਇੰਪੋਰਟੈਂਟ ਬਣਦਾ ਜੀ ਐਨੀਮਲ ਦੀ, ਠੀਕ ਆ ਜੀ। ਐਨੀਮਲ ਮੋਸਟ ਇੰਟੈਲੀਜੈਂਟ ਐਨੀਮਲ ਕਿਹੜਾ ਹੁੰਦਾ? ਚਿੰਪੈਂਜ਼ੀ ਹੁੰਦਾ ਵਾ। ਤੇ ਫਾਸਟੈਸਟ ਕਿਹੜਾ ਹੁੰਦਾ? ਚੀਤਾ ਹੁੰਦਾ ਵਾ। ਕੰਟਰੀ ਸ਼ੇਅਰਿੰਗ ਬਾਉਂਡਰੀ ਵਿਦ ਮੈਕਸੀਮਮ, ਠੀਕ ਆ ਜੀ। ਮੈਕਸੀਮਮ ਉਹਨਾਂ ਨੇ ਪੁੱਛਿਆ ਕਿ ਮੈਕਸੀਮਮ ਕਿਹਦੇ ਨਾਲ ਕੰਟਰੀ ਆ ਜਿਹੜੀ ਉਹ ਸ਼ੇਅਰ ਕਰਦੀ ਆ ਆਪਣਾ ਬਾਰਡਰ। ਸੋ ਆ ਦੇਖੋ ਜੀ ਮੈਕਸੀਮਮ ਇਹ ਹੈਗਾ ਜੀ ਚੀਨ ਸਭ ਤੋਂ ਵੱਧ ਦੇਸ਼ਾਂ ਦੇ ਨਾਲ ਆਪਦਾ ਬਾਰਡਰ ਸ਼ੇਅਰ ਕਰਦੀ ਆ, ਠੀਕ ਆ। 14 ਦੇਸ਼ਾਂ ਦੇ ਨਾਲ ਆਪਦਾ ਬਾਰਡਰ ਸ਼ੇਅਰ ਕਰਦੀ ਆ। ਡੋਮ ਲਾਰਜੈਸਟ, ਠੀਕ ਆ ਜੀ। ਗੁੰਬਦ ਸਭ ਤੋਂ, ਸੋ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾ ਗਾ, ਠੀਕ ਆ ਜੀ। ਨੈਕਸਟ ਆ ਗਿਆ ਪਲੇਟੂ ਕਿਹੜਾ ਵਾ ਜੀ? ਲਾਰਜੈਸਟ ਜਿਹੜਾ ਵਾ ਪਮੀਰ ਪਲੇਟੂ ਏਸ਼ੀਆ 'ਚ ਆ। ਨੈਕਸਟ ਆਪਣਾ ਮੋਟਰੇਬਲ ਰੋਡ ਹਾਈਐਸਟ ਕਿਹੜਾ ਵਾ ਜੀ? ਇਹ ਹੈਗਾ ਉਮਲਿੰਗਾ ਲਾ ਰੋਡ ਲਦਾਖ, ਠੀਕ ਹੈ ਜੀ। ਇਹ ਕਰਦੇ ਤੁਸੀਂ। ਨੈਕਸਟ ਆ ਗਿਆ ਕੰਟਰੀ ਵਿਦ ਪੋਪੂਲੇਸ਼ਨ ਡੈਂਸਿਟੀ ਹਾਈਐਸਟ, ਮਕਾਊ ਦੀ ਆ ਜਿਹੜੀ ਡੈਂਸਿਟੀ ਵਾਈਜ਼, ਮਤਲਬ ਮਕਾਊ ਦੀ ਆ ਦੁਨੀਆ ਦੀ ਪੋਪੂਲੇਸ਼ਨ। ਵਰਡ ਦੀ ਅਗਰ ਆਪਾਂ ਗੱਲ ਕਰੀਏ, ਠੀਕ ਆ, ਸਭ ਤੋਂ ਵੱਡਾ ਪੰਛੀ ਕਿਹੜਾ ਵਾ ਜੀ? ਵੱਡਾ ਲਾਰਜੈਸਟ ਪੰਛੀ ਉਹਨਾਂ ਸ਼ੁਤਰਮੁਰਗ ਆ ਜਿਹੜਾ ਸੀਗਾ, ਆਸਟ੍ਰਿਚ ਜਿਹਨੂੰ ਆਪਾਂ ਕਹਿ ਦਿੰਦੇ ਆ। ਲਾਰਜੈਸਟ ਸੀ ਕਿਹੜਾ ਵਾ ਜੀ? ਲਾਰਜੈਸਟ ਸੀ ਸਭ ਤੋਂ ਵੱਡਾ ਸਮੁੰਦਰ ਆਪਾਂ ਗੱਲ ਕਰੀਏ, ਠੀਕ ਆ ਜੀ। ਸਭ ਤੋਂ ਵੱਡਾ ਸਮੁੰਦਰ ਵਰਡ ਕਿਹੜਾ ਵਾ? ਅਲਬੇਟਰੋਸ, ਠੀਕ ਆ ਜੀ। ਸਮੁੰਦਰ ਵਰਡ ਦੀ ਗੱਲ ਹੋ ਰਹੀ ਆ। ਫਾਸਟੈਸਟ ਬਰਡ ਕਿਹੜਾ ਵਾ ਜੀ? ਫਾਸਟੈਸਟ ਵਰਡ ਆ ਛੂਈ ਪੂੰਛ ਵਾਲਾ ਸਵਿਫਟ, ਠੀਕ ਆ। ਨੀਡਲ ਟੇਲਡ ਸਵਿਫਟ ਆ। ਸੋ ਇਹ ਕਰ ਸਕਦੇ ਹੋ ਤੁਸੀਂ। ਸਮਾਲੈਸਟ ਕਿਹੜਾ ਵਾ ਜੀ? ਸਭ ਤੋਂ ਛੋਟਾ ਵਾ ਗੂੰਗਣ ਵਾਲਾ ਪੰਛੀ, ਹਿਊਮਿੰਗ ਬਰਡ। ਮੈਮਲ ਅਗਰ ਲਾਰਜੈਸਟ ਆਪਾਂ ਕਰੀਏ, ਬਲੂ ਵੇਲ ਪੇਪਰ 'ਚ ਬਹੁਤ ਵਾਰ ਰਿਪੀਟ ਆਇਆ ਵਾ, ਠੀਕ ਆ ਜੀ। ਸੋ ਇਹ ਤੁਹਾਨੂੰ ਕਰਨਾ ਹੀ ਪੈਣਾ ਵਾ। ਸਮਾਲੈਸਟ ਕਿਹੜਾ? ਸਮਾਲੈਸਟ ਹੈਗਾ ਜੀ ਬੰਬਲੀ ਬੈਟ, ਠੀਕ ਆ ਜੀ। ਸੋ ਇਹ ਵੀ ਮੈਮਲ ਦੇ ਵਿੱਚ ਆ ਜਾਂਦਾ ਵਾ। ਨੈਕਸਟ ਆ ਗਿਆ ਪਾਰਕ। ਲਾਰਜੈਸਟ ਪਾਰਕ ਕਿਹੜਾ, ਠੀਕ ਆ, ਦੁਨੀਆ ਦਾ ਪੁੱਛਿਆ ਨਾ। ਨੈਸ਼ਨਲ ਪਾਰਕ ਗ੍ਰੀਨਲੈਂਡ। ਰੇਲਵੇ ਲੌਂਗੈਸਟ ਕਿਹੜਾ ਵਾ ਜੀ? ਆਪਣਾ ਟਰਾਂਸ ਸਿਬਰੇਨੀਅਨ ਰੇਲਵੇ ਆ, ਇਹ ਵੀ ਕਰ ਲਿਓ। ਰੇਲਵੇ ਪਲੇਟਫਾਰਮ ਦੀ ਅਗਰ ਆਪਾਂ ਗੱਲ ਕਰੀਏ, ਲੌਂਗੈਸਟ ਹੈਗਾ ਜੀ ਗੋਰਖਪੁਰ ਇੰਡੀਆ ਦਾ। ਲਾਰਜੈਸਟ ਹੈਗਾ ਗ੍ਰੈਂਡ ਸੈਂਟਰਲ ਟਰਮੀਨਲ USA, ਠੀਕ ਆ। ਇਹ ਕਰ ਲੈਣਾ ਤੁਸੀਂ। ਟਨਲ ਹੈਗਾ ਜੀ ਆਪਣਾ ਲੌਂਗੈਸਟ ਐਂਡ ਲਾਰਜੈਸਟ ਕੈਨਲ ਲੀ ਰੋਬ ਟਨਲ ਸਾਊਥ ਆਫ ਫਰਾਂਸ। ਲੌਂਗੈਸਟ ਰੇਲਵੇ ਹੈਗਾ ਜੀ ਗੋਥਰਡ ਆਪਣਾ ਬੇਸ ਟਨਲ, ਠੀਕ ਆ ਜੀ। ਸੋ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾਗਾ, ਸੋ ਤੁਸੀਂ ਛੱਡ ਵੀ ਸਕਦੇ ਹੋ, ਠੀਕ ਆ, ਪਹਿਲੀ ਵਾਰੀ ਦੇ ਵਿੱਚ। ਹੁਣ ਆਹ ਇੰਪੋਰਟੈਂਟ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਸਟੈਚੂ ਦੁਨੀਆ ਦਾ ਵੀ ਇਹ ਸਭ ਤੋਂ ਮਤਲਬ ਟੋਲੈਸਟ ਸਟੈਚੂ ਆ। ਸਟੈਚੂ ਆਫ ਯੂਨਿਟੀ ਆਪਾਂ ਕੀਤਾ ਸੀ, ਗੁਜਰਾਤ ਦੇ ਵਿੱਚ ਸਥਿਤ ਆ, ਠੀਕ ਆ ਜੀ। ਸੋ ਇਹ ਆਪਣਾ ਟੋਲੈਸਟ ਸਟੈਚੂ ਆ। ਕਈ ਵਾਰ ਪੇਪਰ 'ਚ ਆਊਗਾ ਕਿੰਨਾ ਦਾ ਸਟੈਚੂ ਆ? ਇਹ ਸਰਦਾਰ ਵੱਲਭ ਭਾਈ ਪਟੇਲ ਦਾ ਸਟੈਚੂ ਆ। 2018 'ਚ ਬਣਿਆ ਸੀ। 182 ਮੀਟਰ ਇਹਦੀ ਹਾਈਟ ਆ, ਠੀਕ ਆ ਜੀ। ਟਾਲੈਸਟ ਸਟੈਚੂ ਇਨ ਵਰਲਡ ਆ। ਇੰਡੀਆ ਦੇ ਵਿੱਚ ਤਾਂ ਹੋ ਹੀ ਗਿਆ ਜਦੋਂ ਵਰਲਡ ਦਾ ਹੀ ਹੋ ਗਿਆ, ਠੀਕ ਆ। ਦਾ ਸਟੈਚੂ ਇਜ਼ ਲੋਕੇਟਡ ਇਨ ਦਾ ਗੁਜਰਾਤ।
ਟੈਂਪਲ ਲਾਰਜੈਸਟ ਟੈਂਪਲ ਕਿਹੜਾ ਜੀ ਅੰਗਕੋਰ ਵਾਟ, ਠੀਕ ਹੈ ਇਹ ਤੁਸੀਂ ਕਰ ਲੈਣਾ ਵਾ। ਚਰਚ ਪੁੱਛ ਲਈ ਜੀ ਉਹਨਾਂ ਦੇ ਚਰਚ ਦਾ ਆਪਣਾ ਸਭ ਤੋਂ ਵੱਡਾ ਆ ਗਿਆ ਬੈਸੀਲਿਕੋ ਆਫ ਸੈਂਟ ਪ੍ਰਾਈਟ। ਸੋ ਮਿਊਜ਼ੀਅਮ ਕਿਹੜਾ ਵਾ ਮਿਊਜ਼ੀਅਮ ਦੀ ਅਗਰ ਆਪਾਂ ਗੱਲ ਕਰਾਂ ਸਮਿਥੋਨੀਅਨ ਇੰਸਟੀਟਿਊਸ਼ਨ ਵਾਸ਼ਿੰਗਟਨ ਆ ਗਿਆ। ਨੈਕਸਟ ਕਰਦੇ ਹਾਂ ਜੀ ਆਪਾਂ ਪਲੇਸ ਕੋਲਡੈਸਟ ਮਤਲਬ ਸਭ ਤੋਂ ਠੰਡਾ ਪਲੇਸ ਕਿਹੜਾ ਵਾ, ਠੀਕ ਆ ਜਿੱਥੇ ਕਿ -85 ਡਿਗਰੀ ਸੈਲਸੀਅਸ ਇਹਨਾਂ ਨੇ ਕਿਹਾ ਕਿ ਤਾਂ ਵੈਰੰਗਸ਼ਾਈਨ ਸਾਈਬੇਰੀਆ ਦੇ ਵਿੱਚ ਆ। ਹੌਟੈਸਟ ਕਿਹੜਾ ਜੀ ਅਲ ਅਜ਼ੀਜ਼ੀਆ, ਠੀਕ ਆ ਲਿਬਿਆ ਅਫਰੀਕਾ ਦੇ ਵਿੱਚ 136 ਡਿਗਰੀ F ਸੈਲਸੀਅਸ ਆ। ਦਾ ਡਰਾਈਐਸਟ ਕਿਹੜਾ ਬਾਜੀ ਠੀਕ ਹੈ ਜੀ ਸੁੱਕਾ ਮਤਲਬ ਕਿ ਠੀਕ ਹੈ ਸੁੱਕਾ ਹੈਗਾ ਜੀ ਅਟਾਕਾਮਾ ਡੈਜ਼ਰਟ ਚਿਲੀ ਆਪਣਾ। ਨੈਕਸਟ ਆ ਗਿਆ ਸਾਊਥ ਅਫਰੀਕਾ ਦੇ ਵਿੱਚ। ਸਟੇਡੀਅਮ ਲਾਰਜੈਸਟ ਸਟੇਡੀਅਮ ਕਿਹੜਾ ਜੀ ਲਾਰਜੈਸਟ ਸਟੇਡੀਅਮ ਹੈਗਾ ਜੀ ਸਾਡਾ ਸਟੋਰੋਗ ਸਟੇਡੀਅਮ ਇਨ ਪ੍ਰੈਗ। ਨੈਕਸਟ ਵਾਲ ਲੌਂਗੈਸਟ ਵਾਲ ਦੱਸੋ ਜੀ ਕਿਹੜੀ ਆ ਦਾ ਗ੍ਰੇਟ ਵਾਲ ਆਫ ਚਾਈਨਾ। ਮੋਸਟ ਇੰਪੋਰਟੈਂਟ ਬਣਦਾ ਇਹ ਵਾਲਾ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੋਇਆ ਕਿ ਸਭ ਤੋਂ ਲੌਂਗੈਸਟ ਵਾਲ ਦੱਸੋ ਜੀ ਕਿਹੜੀ ਆ ਜੀ ਗ੍ਰੇਟ ਵਾਲ ਆਫ ਚਾਈਨਾ। ਕੈਪੀਟਲ ਸਿਟੀ ਹਾਈਐਸਟ ਲੋ ਪਾਸ ਬੋਲੋਵੀਆ, ਠੀਕ ਹੈ ਜੀ। ਸੋ ਸਿਟੀਆਂ ਦੇ ਵਿੱਚ ਆ ਗਿਆ ਹਾਈਐਸਟ ਸਿਟੀ ਜਿਹੜੀ ਸਭ ਤੋਂ ਉੱਚਾ ਸ਼ਹਿਰ ਕਿਹੜਾ ਵਾ ਜੀ ਵੇਨਚੂਅਨ ਤਿੱਬਤ ਚਾਈਨਾ। ਲਾਰਜੈਸਟ ਇਨ ਪੋਪੂਲੇਸ਼ਨ ਦੇ ਵਿੱਚ ਟੋਕੀਓ ਸਭ ਤੋਂ ਜ਼ਿਆਦਾ ਲਾਰਜੈਸਟ ਸਿਟੀ ਆ, ਠੀਕ ਆ ਸਿਟੀ ਪੋਪੂਲੇਸ਼ਨ ਵਾਈਜ਼। ਬਿਗੇਸਟ ਇਨ ਏਰੀਆ ਵਾਈਜ਼ ਅਗਰ ਆਪਾਂ ਗੱਲ ਕਰੀਏ ਸਿਟੀ ਦੀ ਗੱਲ ਹੋ ਰਹੀ ਆ, ਠੀਕ ਆ ਜੀ ਹੁਲੁਨਬੀਰ ਚਾਈਨਾ। ਨੈਕਸਟ ਕਰਦੇ ਹਾਂ ਜੀ ਹਾਂਜੀ ਡੇ ਲੌਂਗੈਸਟ ਤੇ ਸ਼ਾਰਟੈਸਟ ਪੇਪਰ ਦੇ ਵਿੱਚ ਬਹੁਤ ਵਾਰ ਇਹ ਵੀ ਕੁਐਸਚਨ ਆਉਂਦਾ। ਲੌਂਗੈਸਟ ਡੇ 21 ਜੂਨ ਆ ਜਿਹੜਾ ਨਾਰਥਰਨ ਹੈਮੀਸਫੇਅਰ ਦੇ ਵਿੱਚ ਹੁੰਦਾ ਵਾ, ਪੇਪਰ 'ਚ ਰਿਪੀਟ ਹੁੰਦਾ। ਸਭ ਤੋਂ ਛੋਟਾ ਦਿਨ ਕਦੋਂ ਹੁੰਦਾ ਵਾ, ਸਭ ਤੋਂ ਛੋਟਾ ਦਿਨ ਹੁੰਦਾ ਵਾ ਜੀ 22 ਦਸੰਬਰ ਜਿਹੜਾ ਕਿ ਸਾਊਥਰਨ ਹੈਮੀਸਫੇਅਰ ਦੇ ਵਿੱਚ ਹੁੰਦਾ। ਮੋਸਟ ਇੰਪੋਰਟੈਂਟ ਆ ਇਹਨੂੰ ਮਾਰਕ ਕਰ ਲਓ, ਇਹਨੂੰ ਨਾ ਤੁਸੀਂ ਮਿਸ ਕਰਿਓ, ਠੀਕ ਹੈ ਜੀ। 21 ਜੂਨ ਸਭ ਤੋਂ ਲੌਂਗੈਸਟ ਹੋ ਗਿਆ ਤੇ ਸ਼ਾਰਟੈਸਟ ਹੋ ਗਿਆ 22 ਦਸੰਬਰ। ਨੈਕਸਟ ਆ ਗਿਆ ਸਬਸਟੈਂਸ ਹਾਰਡੈਸਟ, ਇਹ ਆ ਗਿਆ ਜੀ ਸਾਡਾ ਵੋਰੀਜ਼ਾਈਟ, ਇਹ ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾ ਗਾ, ਠੀਕ ਹੈ ਜੀ। ਮੈਟਲ ਦੇ ਵਿੱਚ ਲਾਈਟੈਸਟ, ਠੀਕ ਹੈ ਜੀ ਲਾਈਟੈਸਟ ਆ ਗਿਆ ਲਿਥੀਅਮ, ਇਹ ਤੁਸੀਂ ਕਰ ਲਿਓ, ਠੀਕ ਹੈ ਜੀ। ਸੋ ਹੈਵੀਐਸਟ ਆ ਗਿਆ ਓਸੀਮੀਅਮ, ਇਹ ਵੀ ਤੁਸੀਂ ਕਰ ਸਕਦੇ ਹੋ। ਕੁਲਟੀਐਸਟ ਆ ਗਿਆ ਕੈਲੀਫੋਰਨੀਆ 252, ਠੀਕ ਆ। ਸੋ ਨੈਕਸਟ ਡਾਇਮੰਡ ਦੀ ਅਗਰ ਆਪਾਂ ਗੱਲ ਕਰੀਏ ਲਾਰਜੈਸਟ ਹੈਗਾ ਦਾ ਕੋਲੀਨੀਅਮ। ਲਾਰਜੈਸਟ ਮਾਈਨ ਹੋ ਗਈ ਜੀ ਆਪਾਂ ਕਿੰਬਰੇਲੀ। ਨੈਕਸਟ ਆ ਗਿਆ ਮੈਲਟਿੰਗ ਪੁਆਇੰਟ ਹਾਈਐਸਟ ਆ ਗਿਆ ਜੀ ਟੰਗਸਟਨ, ਠੀਕ ਹੈ ਜੀ। ਸੋ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਬਣਦੇ, ਸੋ ਆਹ ਜ਼ਰੂਰ ਕਰ ਲਿਓ ਤੁਸੀਂ, ਠੀਕ ਹੈ ਜੀ। ਮੈਲਟਿੰਗ ਪੁਆਇੰਟ ਹਾਈਐਸਟ ਟੰਗਸਟਨ, ਠੀਕ ਹੈ ਪੇਪਰ 'ਚ ਰਿਪੀਟ ਹੁੰਦਾ ਵਾ ਇਹ। ਗੈਸ ਲਾਈਟੈਸਟ ਗੈਸ, ਇਹ ਵੀ ਪੇਪਰ ਦੇ ਵਿੱਚ ਰਿਪੀਟ ਹੁੰਦਾ ਸਟੈਟਿਕ ਜੀਕੇ ਦੇ ਵਿੱਚ। ਹਾਈਡਰੋਜਨ ਗੈਸ ਆ ਜਿਹੜੀ ਕਿ ਲਾਈਟੈਸਟ ਗੈਸ ਹੁੰਦੀ ਆ, ਠੀਕ ਆ। ਟਾਵਰ ਟਾਲੈਸਟ ਦੀ ਆਪਾਂ ਗੱਲ ਕਰੀਏ ਟੋਕੀਓ ਸਕਾਈ ਫ੍ਰੀ ਟੋਕੀਓ ਆ। ਮਾਸਕੋ, ਠੀਕ ਆ ਸਭ ਤੋਂ ਵੱਡੀ ਮਸਜਿਦ ਹਰਮ ਮੱਕਾ ਦੇ ਵਿੱਚ ਸਥਿਤ ਆ, ਠੀਕ ਆ ਜੀ। ਸੋ ਨੈਕਸਟ ਬਿਲਡਿੰਗ ਟਾਲੈਸਟ ਬਿਲਡਿੰਗ ਪੇਪਰ 'ਚ ਬਹੁਤ ਵਾਰ ਰਿਪੀਟ ਆ ਬੁਰਜ ਖਲੀਫਾ ਦੀ ਜਿਹੜੀ ਇੱਕ ਇਹੋ ਜਿਹੀ ਆ ਬਿਲਡਿੰਗ ਜਿਹੜੀ ਕਿ ਸਭ ਤੋਂ ਲੰਬੀ ਆਪਣੀ ਟਾਲੈਸਟ ਬਿਲਡਿੰਗ ਆ, ਦੁਬਈ 'ਚ ਸਥਿਤ ਆ। 828 ਮੀਟਰ ਦੀ ਹਾਈਟ ਆ, ਠੀਕ ਆ ਜੀ। ਸੋ ਇਹ ਸੀਗਾ ਜੀ ਆਪਣੇ ਅੱਜ ਦੇ ਸੁਪਰਲੇਟਿਵ ਵਰਲਡ ਵੀ ਹੋ ਗਿਆ, ਇੰਡੀਆ 'ਚ ਵੀ ਹੋ ਗਿਆ। ਸੋ ਇਹਦੇ ਵਿੱਚ ਮੈਂ ਤੁਹਾਨੂੰ ਕਿਹਾ ਸੀਗਾ ਛੋਟੀ ਜਿਹੀ ਕਲਾਸ ਹੋਏਗੀ, ਇਹਦੇ ਵਿੱਚ ਕੁਝ ਵੀ ਐਕਸਪਲੇਨ ਕਰਨ ਵਾਲਾ ਨਹੀਂ ਸੀ। ਸਟੈਟਿਕ ਪੋਰਸ਼ਨ ਆ ਤੁਸੀਂ ਬਸ ਯਾਦ ਕਰਨਾ, ਮੈਂ ਇੱਕ ਵਾਰੀ ਵਨ ਲਾਈਨਰ ਪੜ੍ਹੋ, ਉਸ ਤੋਂ ਬਾਅਦ ਆਪਾਂ ਕਿਊਜ਼ ਲਾਵਾਂਗੇ, ਫਿਰ ਆਪਾਂ MCQ ਵੀ ਕਰ ਲਾਂਗੇ, ਠੀਕ ਆ। ਪਰ ਫਿਲਹਾਲ ਤੁਹਾਨੂੰ ਵਨ ਲਾਈਨਰ ਇਹ ਯਾਦ ਕਰਨੇ ਪੈਣੇ, ਇਹ ਤੁਹਾਨੂੰ ਆਪ ਦੀ ਹਿੰਮਤ ਆ ਕਿ ਤੁਸੀਂ ਕਿੰਨੇ ਯਾਦ ਕਰ ਸਕਦੇ ਹੋ। ਮੈਂ ਤੁਹਾਨੂੰ ਉੱਪਰ ਵਾਲਿਆਂ 'ਚ ਸਾਰਿਆਂ 'ਚ ਦੱਸਦਾ ਕਿ ਜਿਹੜੇ ਇੰਪੋਰਟੈਂਟ ਬਣਦੇ ਨੇ ਪਹਿਲਾਂ ਉਹ ਟਾਰਗੇਟ ਕਰਦੇ ਨੇ, ਸਾਰਿਆਂ ਦੇ ਪਿੱਛੇ ਨਹੀਂ ਪੈਣਾ। ਜੇ ਤੁਸੀਂ ਸਾਰਿਆਂ ਦੇ ਪਿੱਛੇ ਪਾਓਗੇ ਤਾਂ ਇੰਪੋਰਟੈਂਟ ਤੁਹਾਡੇ ਭੁੱਲ ਜਾਣੇ ਆ ਬਾਅਦ ਚੋਂ, ਠੀਕ ਆ। ਸੋ ਜਿਹੜੇ ਇੰਪੋਰਟੈਂਟ ਬਣਦੇ ਨੇ ਉਹ ਤੁਸੀਂ ਕਰ ਦੇਣਾ, ਬਾਕੀ ਤੁਹਾਨੂੰ ਪਤਾ ਲੱਗੀ ਜਾਏਗਾ। ਜਿਵੇਂ ਮੈਂ ਟੈਲੀਗ੍ਰਾਮ ਤੇ ਜਿਹੜੇ ਕੁਇਜ਼ ਪਾਉਂਦਾ ਹੁੰਦਾ ਉਹਦੇ ਵਿੱਚ ਜ਼ਿਆਦਾਤਰ ਮੋਸਟ ਇੰਪੋਰਟੈਂਟ ਹੀ ਹੁੰਦੇ ਨੇ ਜਿਹੜੇ ਪੇਪਰ ਦੇ ਵਿੱਚ ਬਾਰ-ਬਾਰ ਰਿਪੀਟ ਹੋਏ ਹੁੰਦੇ ਨੇ, ਠੀਕ ਆ। ਸੋ ਉਹ ਅਟੈਂਪਟ ਕਰਕੇ ਵੀ ਤੁਹਾਨੂੰ ਥੋੜਾ ਆਈਡੀਆ ਲੱਗਣ ਲੱਗ ਜਾਏਗਾ, ਠੀਕ ਆ ਜੀ। ਸੋ ਧੰਨਵਾਦ ਜੀ, ਮਿਲਦੇ ਹਾਂ ਹੁਣ ਆਪਾਂ ਅਗਲੀ ਕਲਾਸ ਲਈ। ਤੋਂ ਜਿਹੜੀਆਂ ਆਪਣੀਆਂ ਬਾਕੀ ਕਲਾਸਾਂ ਚੱਲ ਰਹੀਆਂ ਨੇ ਉਹਨਾਂ ਨੂੰ ਜ਼ਰੂਰ ਦੇਖੋ, ਉਹਦੇ ਮੈਂ ਟੌਪਿਕ ਵਾਈਜ਼ ਦੁਬਾਰਾ ਤੋਂ MCQ ਕੁਇਜ਼ ਸਟਾਰਟ ਕਰਤੇ ਹੋਏ ਨੇ, ਕੁਇਜ਼ ਆਪਾਂ ਸ਼ੁਰੂ ਕਰਤੇ ਹੋਏ ਨੇ, ਠੀਕ ਆ ਜੀ। ਸੋ ਟੈਲੀਗ੍ਰਾਮ ਚੈਨਲ ਆਪਣਾ ਜ਼ਰੂਰ ਜੁਆਇਨ ਕਰੋ, ਠੀਕ ਆ ਜੀ। ਸੋ ਉਹਦੇ ਉੱਤੇ ਕੁਇਜ਼ ਚੱਲ ਰਹੇ ਨੇ ਪੂਰੀ ਤਰ੍ਹਾਂ ਨਾਲ ਹਿਸਟਰੀ, ਪੋਲਿਟੀ, ਪੰਜਾਬ ਜੀਕੇ ਦੇ ਜੋ ਪਿਛਲੀਆਂ ਕਲਾਸਾਂ ਆਪਾਂ ਆਲਰੇਡੀ ਕਰ ਵੀ ਚੁੱਕੇ ਹਾਂ, ਠੀਕ ਆ। ਜੋ ਹੋਣ ਵਾਲੀਆਂ ਚੱਲ ਰਹੀਆਂ ਨੇ ਉਹਦੇ ਦਾ ਕੁਇਜ਼ ਕਰਦੇ ਹਾਂ, ਨਾਲ ਦੀ ਨਾਲ ਆਪਾਂ ਜਿਹੜੀਆਂ ਪਿਛਲੀਆਂ ਕਲਾਸਾਂ ਹੋ ਚੁੱਕੀਆਂ ਨੇ ਉਹਦੇ ਵੀ ਕਰ ਰਹੇ ਹਾਂ, ਠੀਕ ਆ। ਸੋ PDF ਤੋਂ ਤੁਸੀਂ ਰਿਵਾਈਜ਼ ਕਰਨਾ, ਪਹਿਲਾਂ ਵੀਡੀਓ ਦੇਖੋ, ਆਪਦਾ ਬਾਅਦ ਚ ਕੁਇਜ਼ ਲਾਓ, ਫਿਰ ਤੁਸੀਂ PDF ਤੋਂ ਰਿਵਾਈਜ਼ ਕਰੋ। ਉਸ ਤੋਂ ਬਾਅਦ ਤੁਹਾਨੂੰ ਉਹ ਦੁਬਾਰੇ ਉਹ ਟੌਪਿਕ ਪੜ੍ਹਨ ਦੀ ਜ਼ਰੂਰਤ ਨਹੀਂ ਪਏਗੀ, ਠੀਕ ਆ। ਸੋ ਇੰਨਾ ਟਾਈਮ ਹੈ ਨਹੀਂਗਾ ਆਪਾਂ ਕਿ ਸਿਰਫ ਜੀਕੇ ਹੀ ਕਰੀ ਜਾਈਏ, ਆਪਾਂ ਬਾਕੀ ਸਬਜੈਕਟ ਵੀ ਪੜ੍ਹਨੇ ਨੇ, ਠੀਕ ਆ। ਸੋ ਇਹਨੂੰ ਥੋੜਾ ਜਿਹਾ ਸਮਾਰਟੈਸਟ ਵੇ ਦੇ ਨਾਲ ਚੱਲਿਓ, ਠੀਕ ਆ ਜੀ। ਸੋ ਧੰਨਵਾਦ ਜੀ, ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ।